ओंकार सतगुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्णना साको, तू ठाकुर ऊच भगवाना। तुमरी महिमा वर्णना साको, तू ठाकुर ऊच भगवाना। सतनाम वाहेगुरु साहिब जियो। मांझ महला तीजा, गोविंद ऊजल ऊजल हंसा। मन बाणी निर्मल मेरी मनसा, गोविंद ऊजल ऊजल हंसा। मन बाणी निर्मल मेरी मनसा। मन ऊजल सदा मुख सो है, अत ऊजल नाम ध्यावणिया। हाँ वारी जियो वारी, गोबिंद गुण गावणिया। गोबिंद गोबिंद कहे दिन राती, गोबिंद गुण शब्द सुनावणिया। रहाव जिस अंतर प्रीत लगै सो मुक्ता। इंद्री वस सच संजम जुगता। गुर कै शब्द सदा हर ध्याए, एहा भगत हर भावणिया। गुरमुख भगत जुग चारे होई, होरत भगत न पाए कोई। नानक नाम गुर भगति पाइयै, गुर चरणी चित लावणिया। गुरमुख भगत जुग चारे होई, होरत भगत न पाए कोई। नानक नाम गुर भगति पाइयै, गुर चरणी चित लावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी, गुरु पातशाह जी दी अजीम अपार बख्शिश। संध्या समय असी सत्संगत माण रहे हैं। इस समा गुरबाणी व्याख्या दा है। इस विच माज राग जिस दे अंदर गुरु अमरदास पातशाह द्वारा उचरित किए गए अष्टपदे असी विचारते हैं। जो शब्द आपने सरवण किया है, ये समाज राग के पावन बचना विचों 20 नंबर शब्द है। इसका मोस्टली हिस्सा असी डिस्कस किया है। लास्ट जिहड़े 2 बंद ने हो रहिंदे ने, उन्हां दी विवेचना अज करांगे। सरसरी नज़र रहाओ दे पदे तो, जो कि मेन मैसेज कैरी करता है शब्द का। गुरु अमरदास साहब कह रहे ने, हाँ वारी जियो वारी, गोबिंद गुण गावणिया। बड़ी डिटेल्ड गल हुई है। हाँ वारी जियो वारी, मैं अपनी जान वार देवां। पंजाबी जबान दे अक्सर ये गल असीं यूज़ करते हैं।
ਜਿਹਨੂੰ ਬਹੁਤ ਪਿਆਰ ਕਰੀਏ, स्नेह ਕਰੀਏ, ਖਲੂਸ ਹੋਏ, ਮੁਹੱਬਤ ਹੋਏ, ਜਿਹਦਾ ਬਹੁਤ ਸਤਿਕਾਰ ਹੋਏ, ਉਸ ਤੋਂ ਕਹਿੰਦੇ ਮੇਰੀ ਜਾਨ ਵਾਰੀ, ਮੈਂ ਆਪਣੀ ਜਾਨ ਵਾਰ ਦਿਆਂ। ਗੁਰੂ ਬਾਬਾ ਜੀ ਕਹਿੰਦੇ ਹਉ ਵਾਰੀ ਜਿਉ ਵਾਰੀ, ਮੈਂ ਆਪਣਾ ਆਪਾ ਵਾਰਾਂ, ਮੈਂ ਆਪਣੀ ਜਾਨ ਵਾਰ ਦੇਵਾਂ। ਕਿਹਦੇ ਤੋਂ? ਗੋਬਿੰਦ ਗੁਣ ਗਾਵਣਿਆ। ਗੋ ਕਹਿੰਦੇ ਧਰਤੀ ਨੂੰ, ਬਿੰਦ ਕਹਿੰਦੇ ਬਿੰਦਨ ਵਾਲੇ, ਸਿਰਜਣ ਵਾਲੇ ਨੂੰ। ਜਿਹੜਾ ਸ਼ਖਸ ਇਸ ਸਿਰਜਣਾ ਕਰਨ ਵਾਲੇ ਸਿਰਜਣਹਾਰ ਦਾ ਗੁਣਗਾਨ ਕਰਦਾ ਆ, ਵਡਿਆਈ ਕਰਦਾ ਆ, ਜਿਹਨੂੰ ਸਰਲ ਭਾਵ ਵਿੱਚ ਕਿਹਾ ਜਾਏ, ਜਿਹੜੇ ਲੋਕ ਭਗਤੀ ਭਾਵ ਵਿੱਚ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਮੈਂ ਉਹਨਾਂ ਤੋਂ ਜਾਣ ਵਾਰਦਾ। ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ। Indeed, Baba Ji is giving us inspiration so that we can follow this path. We can have that kind of devotional exercises in our lives. So that kind of message Baba Ji is actually providing us by these lines. ਇਹ ਮੈਸੇਜ, ਸੰਦੇਸ਼ ਸਾਨੂੰ ਗੁਰੂ ਮਹਾਰਾਜ ਬਖਸ਼ ਰਹੇ ਨੇ। ਇਹਦੇ ਨਾਲ ਜਿਹੜੀ ਸੈਕਿੰਡ ਲਾਈਨ ਕੈਰੀ ਹੋ ਰਹੀ ਹੈ ਰਹਾਉ ਦੇ ਪਦੇ ਦੇ ਵਿੱਚ, ਗੋਬਿੰਦ ਗੋਬਿੰਦ ਕਹੈ ਦਿਨ ਰਾਤੀ। Sometime people talk, they say, oh yeah, I am a occasional believer or occasional practitioner. I go sometime Gurdwara Sahib. Whenever I feel, I do some kind of meditation. ਮੈਂ ਬੀਤੇ ਕੱਲ੍ਹ ਵੀ ਬੜੀ ਡਿਟੇਲ ਡਿਸਕਸ਼ਨ ਕੀਤੀ ਸੀ ਕਿ ਜਿਵੇਂ ਸਾਡੀਆਂ ਨੀਡਸ ਨੇ, ਸਾਡੇ ਲੰਗਸ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਕਸੀਜਨ ਚਾਹੀਦੀ ਹੈ। ਇਫ ਵੀ ਆਰ ਨੋਟ ਪ੍ਰੋਵਾਈਡਿੰਗ ਇਟ, ਵੀ ਵਿਲ ਨੋਟ ਬੀ ਅਲਾਈਵ। ਥੋੜ੍ਹੀ ਦੇਰ ਬਾਅਦ ਸਾਡੇ ਗਰਾਸ ਨੂੰ, ਥਰੋਟ ਨੂੰ, ਜਿਹੜਾ ਸਾਡਾ ਹੈਗਾ, ਇਹਨੂੰ ਪਾਣੀ ਚਾਹੀਦਾ ਹੈ। ਤੁਸੀਂ ਨਹੀਂ ਪ੍ਰੋਵਾਈਡ ਕਰੋਗੇ, ਵੀ ਵੋਂਟ ਬੀ ਏਬਲ ਟੂ ਲਿਵ। ਥੋੜ੍ਹੀ ਦੇਰ ਬਾਅਦ ਸਾਡੇ ਸਟਮਕ ਨੂੰ ਫੂਡ ਚਾਹੀਦਾ ਹੈ। ਜੋ ਨਹੀਂ ਪ੍ਰੋਵਾਈਡ ਕਰੋਗੇ, ਡੈਫੀਨੇਟਲੀ ਡਿਊ ਟੂ ਸਟਾਰਵਿੰਗ ਵੀ ਕੈਨ ਡਾਈ। ਅਤੇ ਇਕੱਲਾ ਇਹ ਨਹੀਂ, ਅੱਜ ਕੱਲ੍ਹ ਮੈਂਟਲ ਹੈਲਥ ਦੀ ਬੜੀ ਗੱਲ ਹੁੰਦੀ ਹੈ। ਮੈਂਟਲ ਹੈਲਥ ਦੀ ਸਭ ਤੋਂ ਵੱਡੀ ਚੀਜ਼ ਕੀ ਹੈ? ਤੁਹਾਡੀ ਜਿਹੜੀ ਕੰਪਨੀ ਹੈ, ਸੰਗਤ ਤੁਹਾਡੀ, ਜਿਹਦੇ 'ਚ ਮਨ ਜਿਸ ਕੰਫਰਟ ਜ਼ੋਨ ਨੂੰ ਲੱਭ ਰਿਹਾ ਹੈ, ਉਹ ਕੰਫਰਟ ਫੀਲ ਕਰਾਉਣਾ ਮਨ ਨੂੰ, ਫਿਜ਼ੀਕਲੀ ਨਹੀਂ, ਮੈਂਟਲੀ ਸਾਈਡ ਤੋਂ। ਜਿੱਥੇ ਉਹ ਨਹੀਂ ਹੋਏਗਾ, ਮਨ ਲੰਬਾ ਸਮਾਂ ਸਟਰਗਲ ਨਹੀਂ ਕਰ ਸਕੇਗਾ। ਅਲਟੀਮੇਟਲੀ ਉਹ ਬਿਮਾਰ ਹੋ ਜਾਏਗਾ। ਬਿਮਾਰ ਹੋਇਆ ਮਨ, ਫਿਰ ਤੁਹਾਡੀ ਜਿਹੜੀ ਜ਼ਿੰਦਗੀ ਹੈ, ਫਿਜ਼ੀਕਲ ਸਟਰਕਚਰ ਹੈ, ਤੁਹਾਡੇ ਜਿਹੜਾ ਜ਼ਿੰਦਾ ਰਹਿਣ ਲਈ ਜੋ ਕੁਛ ਤੁਹਾਨੂੰ ਚਾਹੀਦਾ ਹੈ, ਜਿਸ ਲੈਵਲ 'ਤੇ ਤੁਸੀਂ ਚਾਹੁੰਦੇ ਹੋ, ਉਹਨੂੰ ਵੀ ਨਹੀਂ ਰਹਿਣ ਦੇਗਾ। ਉਹ ਇੱਕ ਡਿਫਰੈਂਟ ਲੈਵਲ 'ਤੇ ਲੈ ਜਾਏਗਾ। ਫਿਰ ਇਸ ਸਾਰੇ ਦੇ ਨਾਲ ਇੱਕ ਤੀਸਰੀ ਚੀਜ਼ ਵੀ ਹੈ, ਟੂ ਫੀਲ ਯੂਰ ਸਪਿਰਿਟ, ਐਨਰਜੀ, ਸੋਲ, ਵਟ ਐਵਰ ਯੂ ਕੈਨ ਹੈਵ ਸੋ ਮੈਨੀ ਨੇਮਸ ਫਾਰ ਇਟ। ਉਹਦਾ ਫੂਡ ਹੈ। ਜਿਵੇਂ ਸਿੰਪਲ ਕਰਾਂ, ਸਾਡੇ ਘਰ ਦੇ ਦਾਨੇ ਲੋਕਾਂ ਨੇ ਬਚਨ ਕਹੇ ਨੇ, ਉਹ ਕਹਿੰਦੇ ਨੇ ਸਰੀਰ ਦੀ ਲੋੜ ਭੋਜਨ ਹੈ, ਆਤਮਾ ਦੀ ਲੋੜ ਭਜਨ ਹੈ। ਜੇ ਭੋਜਨ ਨਹੀਂ ਖਾਓਗੇ, ਡੈਫੀਨੇਟਲੀ ਜਾਂ ਮਾੜਾ ਖਾਓਗੇ, ਸਿੱਖ ਹੋ ਜਾਓਗੇ। ਜੇ ਭਜਨ ਨਹੀਂ ਕਰੋਗੇ, ਡੈਫੀਨੇਟਲੀ ਆਤਮਕ ਤੌਰ 'ਤੇ ਕਮਜ਼ੋਰ ਹੋ ਜਾਓਗੇ। ਸਪਿਰਿਚੁਅਲ ਲੈਵਲ 'ਤੇ ਜੇ ਬੰਦਾ ਆਪਣੇ ਆਪ ਨੂੰ ਅੰਗੇਜ ਨਹੀਂ ਕਰੇਗਾ ਉਸ ਸਕੂਲ ਆਫ ਥਾਟ ਨਾਲ, ਉਸ ਆਈਡੀਓਲੋਜੀ ਨਾਲ, ਤੇ ਉਹਦੀ ਐਕਸਰਸਾਈਜ਼ ਨਹੀਂ ਕਰੇਗਾ, ਜਿਹੜੀ ਗੋਬਿੰਦ ਗੁਣਗਾਨ ਦੀ ਗੱਲ ਹੋ ਰਹੀ ਹੈ। ਅੱਜ ਤੇ ਲਿਟਰਸੀ ਦੇ ਉੱਤੇ ਇੰਨਾ ਜ਼ੋਰ ਦਿੱਤਾ ਜਾ ਰਿਹਾ ਹੈ, ਬੰਦੇ ਨੂੰ ਆਪਣੇ ਆਪ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਆਪਣੇ ਆਪ ਨੂੰ ਇਨਫੋਰਮ ਕਰੋ, ਆਪਣੇ ਆਪ ਨੂੰ ਦੱਸੋ। ਨਾਓ ਡੇਜ਼ ਵੀ ਆਰ ਗੋਇੰਗ ਥਰੂ ਦ COVID-19 ਐਂਡ ਪੀਪਲ ਆਰ ਟੈਲਿੰਗ, ਓਕੇ, ਐਵੇਂ ਪਰਸੈਪਸ਼ਨ ਨਾ ਬਣਾ ਲਵੋ, ਐਵੇਂ ਆਪਣੇ ਆਪ ਨੂੰ ਜਿਹੜਾ ਹੈਗਾ ਨਾ ਲੈ ਕੇ ਚਲੋ, ਇਨਫੋਰਮ ਕਰੋ ਆਪਣੇ ਆਪ ਨੂੰ, ਸਹੀ ਇਨਫੋਰਮੇਸ਼ਨ ਦਿਓ। ਸਹੀ ਇਨਫੋਰਮੇਸ਼ਨ ਕੀ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਮੈਜਰਸ ਲੈਣੇ ਚਾਹੀਦੇ ਨੇ, ਇਹਨਾਂ ਦੇ ਬੈਨੀਫਿਟਸ ਕੀ ਨੇ, ਇਹਨਾਂ ਨਾ ਲੈਣ ਕਰਕੇ ਤੁਹਾਨੂੰ ਕੀ ਤੁਸੀਂ ਨੁਕਸਾਨ ਕਰ ਸਕਦੇ ਹੈਗੇ ਹੋ। ਫਿਰ ਜੋ ਅਸੀਂ ਸਾਰੇ ਨੂੰ ਲੈ ਰਹੇ ਹੈਗੇ ਹੋ, ਵਟ ਵੀ ਆਰ ਗੈਟਿੰਗ ਬਾਈ ਫੋਲੋਇੰਗ ਦੀਜ਼ ਮੈਜਰਮੈਂਟਸ। ਅਸੀਂ ਕੰਪੈਸ਼ਨੇਟ ਹੋ ਰਹੇ ਹਾਂ। ਅਸੀਂ ਮਾਸਕ ਇਸ ਕਰਕੇ ਲਗਾ ਰਹੇ ਹਾਂ ਤਾਂ ਕਿ ਜਿਹੜਾ ਡ੍ਰੌਪ ਆਫ ਵਾਟਰ ਨਹੀਂ ਫੈਲੇਗਾ, ਤੇ ਉਹਦੇ ਨਾਲ ਜੇ ਕਿਤੇ ਸਾਨੂੰ ਕੁਝ ਹੋਇਆ, ਐਕਚੁਅਲੀ ਇਨ ਕਮਿੰਗ ਵੀਕਸ ਕੁਝ ਸਾਡੇ ਵਿੱਚੋਂ ਨਿਕਲ ਆਇਆ, ਐਟਲੀਸਟ ਅਸੀਂ ਦੂਜਿਆਂ ਨੂੰ ਸੇਵ ਕਰ ਰਹੇ ਹਾਂ।
साडे अंदर ये चीज़ रहेगी। एक इस लैवल की बात आ रही है। बंदे लग रहा है मैं सिर्फ मास्क इस करके लगा रहा कि ओह मैं लाना पै रहा। समटाइम पीपल एक्चुअली सेठ मैनू पता नहीं किन्ने लोगों ने कहा भाई साहब किड्डी माड़ी गल है, असीं अपना ही CO2 वापस खिंची जा रहे हो। ओह आई डोंट इट, आई हेट इट। मैं क्या एवें ना सोच, एवें सोच कि तू किसी के भले वास्ते कितना वड्डा कंट्रीब्यूट कर रहा है। जो इस लैवल पर गल आई ये बारे साडे कोल बहुत सारिया स्टडीज़ भी मौजूद ने। ਇਹੋ ਜਿਹੀਆਂ ਸਟੱਡੀਜ਼ ਨੇ ਜਿਵੇਂ ਸਪੋਜ਼ ਕਰੋ ਅਮਰੀਕਾ 'ਚ ਇੱਕ ਬੜੀ ਲੌਂਗਟੀਟਿਊਡ ਸਟੱਡੀ ਹੋਈ ਸੀਗੀ, ਇੱਕ ਯੂਨੀਵਰਸਿਟੀ ਨੇ ਕੰਡਕਟ ਕੀਤੀ ਸੀ। ਤੁਸੀਂ ਗੈਸ ਸਟੇਸ਼ਨ 'ਤੇ ਜਾਂਦੇ ਹੋ ਨਾ, ਅਤੇ ਉੱਥੇ ਗੈਸ ਸਟੇਸ਼ਨ 'ਤੇ ਲਿਖਿਆ ਹੁੰਦਾ ਕਿ ਓਕੇ ਮੈਸੇਜ ਹੈਗਾ ਆ ਆਪਣੇ ਜਿਹੜਾ ਟਾਇਰਾਂ ਦੇ 'ਚ ਜਿਹੜਾ ਏਅਰ ਪ੍ਰੈਸ਼ਰ ਉਹ ਚੈੱਕ ਕਰਕੇ ਰੱਖੋ, ਜੇ ਪ੍ਰੋਪਰ ਹੋਏਗਾ ਇਹਦੇ ਨਾਲ ਤੁਸੀਂ ਆਪਣੀ ਗੈਸ ਸੇਵ ਕਰੋਗੇ। ਇਹ ਮੈਸੇਜ ਲਿਖਿਆ ਉਹਨਾਂ ਨੇ। इस मैसेज ਨੂੰ ਪੜ੍ਹਨ ਤੋਂ ਬਾਅਦ ਵੱਡੇ ਅੱਖਰਾਂ ਦੇ ਵਿੱਚ ਕੋਈ ਇੰਪੈਕਟ ਨਹੀਂ ਪਿਆ ਬਹੁਤਾ ਜ਼ਿਆਦਾ। ਉਹਨਾਂ ਪਤਾ ਕੀ ਲਿਖਿਆ ਮੈਸੇਜ ਚੇਂਜ ਕਰਕੇ? ਮੈਸੇਜ 'ਚ ਲਿਖਿਆ ਆਪਣੇ ਟਾਇਰਾਂ ਦੀ ਹਵਾ ਚੈੱਕ ਕਰੋ, ਇਹਦੇ ਨਾਲ ਘੱਟ ਫਿਊਲ ਜਿਹੜਾ ਹੈਗਾ ਕੰਜ਼ਿਊਮ ਹੋਏਗਾ, ਘੱਟ CO2 ਪ੍ਰੋਡਿਊਸ ਹੋਏਗਾ, এনवायरमेंट ਬਚੇਗਾ। এনवायरमेंट ਦੀ ਹੈਲਪ ਕਰੋਗੇ। ਇਹ ਮੈਸੇਜ ਜਾਣ ਤੋਂ ਬਾਅਦ ਉਹਨਾਂ ਦੇਖਿਆ ਅਰਾਊਂਡ 80% ਜਿਹੜੇ ਲੋਕ ਨੇ ਉਹ ਧਿਆਨ ਦੇਣ ਲੱਗ ਗਏ। सो किहड़ी चीज़ है? इनफॉर्म करो अपने आप को। सारा शब्द की है? इनफॉर्मेशन है तुहाडे मन की, तुहाडी आत्मा की, तुहाडे उस रूप दे विच। यही भजन है साडे घर दे ते बाणी पढ़ना, बाणी गाउणा, पाठ करना भजन है। भजन का असैंशियल पार्ट है। जे गुरु बाबा जी को पुछदा सीगा, लेट मी एक्चुअली शेयर वन साखी फ्रॉम आवर हिस्टरी। गुरु अंगद साहब कई बार लोग कहिंदे भी ने ਅਸੀਂ ਸ਼ਬਦ ਦੀ ਹਿਸਟਰੀ ਦੇਖੋ ਨਾ, ਤੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਜਦੋਂ ਸ਼ਬਦ ਦੀ ਮੁਯੱਸਰ ਹੀ ਨਹੀਂ ਸੀਗਾ, ਲੋਕਾਂ ਦੀ ਹਾਲਤ ਤੇ ਇਹ ਸੀਗੀ ਕਿ ਇੱਕ ਬਿਲਾਸ ਦੀ ਗੱਲ ਸੁਣਾਈ ਜਾਂਦੀ ਹੈ ਲਿਟਰੇਚਰ ਦੇ ਵਿੱਚ ਕਿ ਇੱਕ ਸ਼ਖਸ ਇੱਕ ਸ਼ਾਹੂਕਾਰ ਦੀ ਦੁਕਾਨ ਤੇ ਚਿੱਠੀ ਲਿਖਵਾਉਣ ਲਈ ਆ ਗਿਆ, ਖਤ ਲਿਖਵਾਉਣ ਲਈ। ਤੇ ਜਦੋਂ ਖਤ ਲਿਖਵਾਉਣ ਲਈ ਆਇਆ ਤੇ ਸ਼ਾਹੂਕਾਰ ਨੂੰ ਉਹਨੇ ਪੈਸੇ ਦਿੱਤੇ, ਜੋ 1 ਪੈਸਾ 2 ਪੈਸਾ, मतलब कह लो कि 1 पैनी 2 पैनी जिवें पुराने समय चलता सीगा। तो शाहूकार ने अपने मुनीम नूं आवाज़ मारी, जिहड़ा सीगा उहदा सपोज कह लो कि क्लैरिकल जॉब्स करने वाला बंदा, उहनूं कहा दी चिट्ठी लिख दे। उसने जिहड़ा हैगा पर चक्या, जिन्हों पैन कह लो, तो कागज़ चक के टुकड़ा वो लिखन लगा। तो वह कहिंदा अच्छा एड्रैस दस कित्थे जाना है, किहड़े पिंड, इत्थों शुरू करांगा लिखण वास्ते। उन्हें पिंड का नाम दस्या, उन्हें कलम वापस पा दी, पर वापस पाता, कागज़ रखता, कहना 2 दिन बाद आई फिर लिखांगा चिट्ठी। वो कहता अच्छा। वो शाहूकार कोल गया, कहता गिव मी माई 2 पेंस बैक। वो कहते की होया, चिट्ठी लिखी? कहना नहीं, तेरे बंदे ने चिट्ठी नहीं लिखी हैगी। वो शाहूकार नूं लगा माई गॉश ये तो पैसे वापस मंग रहा है, दैट्स नॉट गुड। वो क्लर्क नूं कहंदा ओए तू चिट्ठी लिखी है दी? वो कहता जनाब मैनू जवाब नहीं दिता, मैनू क्या 2 दिन बाद आई लिख देंगा, मेरा पैर दुखदा है। वो शाहूकार कहता भी तू जॉब करनी कि नहीं करनी, तेरा पैर दुखदा है, ये किधर का बहाना होया? कहता जनाब मैनू क्या भी 2 दिन बाद आई लिख देंगा। कहता पर वो तो गल ठीक है, बहाना की होया कि तेरा पैर दुखदा तू चिट्ठी नहीं लिख सकता? वो कहता जनाब गल ये है जिहड़ा इहने पिंड दस्सिया ना, उस पिंड कोई चिट्ठी पढ़न वाला नहीं हैगा। उतों बंदा आ जाना 4 पैसे लैके, ते तुसीं मैनूं कहना चल जाके चिट्ठी पढ़ के आ, मेरा पैर दुखदा आ। तुसीं आइडिया लाओ, चिट्ठी लिखनी भी उन्हें है, पढ़नी भी उन्हें है। की लिटरेसी रेट होएगा, किन्नी जिहड़ी है उत्थे पढ़िया लिखिया की मिकदार होएगी। उस खिते उस इलाके च शब्द गुरु की गल करनी किड्डा हार्ड होएगा। पर गुरु साहब ने शब्द गुरु की गल की, शब्द नाल जोड़िया, तो फिर शब्द नाल जोड़िया भी कागज। आई हैव नो आइडिया हाउ यू एक्चुअली हैव एक्सपीरियंस्ड योर स्कूल टाइम ओवर देयर, इफ यू हैव एक्चुअली went to school in India. What I have experienced, मैनू याद आ 2 रुपए की खाली पेपर की कापी आती सी, ते बड़ी हार्ड होंदी सी लैनी। एक्चुअल लैवल ते
ਕਈ ਵਾਰ ਇਹ ਦੇਖੀਦਾ ਸੀਗਾ ਕਿ ਅੱਛਾ ਜੇ ਇਹ ਚੀਜ਼ ਲਿਖਣ ਵਾਸਤੇ ਸਬਜੈਕਟ ਵਾਸਤੇ ਇੰਨੇ ਪੇਜ ਨਹੀਂ ਚਾਹੀਦੇ ਤੇ ਆਪਾਂ ਇੱਕ ਹੀ ਕਾਪੀ ਦੇ ਦੋ ਹਿੱਸੇ ਕਰਕੇ ਇੱਕ 'ਚ ਕੁਛ ਲਿਖ ਲੈਣਾ, ਇੱਕ 'ਚ ਕੁਛ ਲਿਖਣਾ। And I'm not talking about ancient time, I'm talking about just 20 or 25 year back. Try to actually guess ਵੀ ਉਹ ਜਿਹੜਾ ਸਮਾਂ ਅੱਜ ਤੋਂ 100 ਸਾਲ 150 ਸਾਲ 200 ਸਾਲ ਪਿੱਛੇ ਹੋਏਗਾ, ਕੀ ਹਾਲ ਹੋਏਗਾ। ਮੈਂ ਕੁਝ ਮੈਨੂਸਕ੍ਰਿਪਚਰ ਤੇ ਕੰਮ ਕੀਤਾ ਆ, ਜਿਹੜੇ ਹੱਥ ਲਿਖਤ ਸਰੂਪ ਹੁੰਦੇ ਨੇ। ਹੁਣ ਸਾਡੇ ਲੋਕਾਂ ਨੂੰ ਥੋੜ੍ਹੀ ਥੋੜ੍ਹੀ ਅਕਲ ਆਉਣੀ ਸ਼ੁਰੂ ਹੋਈ ਹੈ, ਅਦਰਵਾਈਜ਼ ਮਤਲਬ ਇਹ ਸੀਗਾ ਸਾਡੇ ਇੱਥੇ ਟੋਰਾਂਟੋ ਵਿੱਚ ਵੀ ਬਣਾਤਾ ਸੀ ਅੰਗੀਠਾ ਸਾਹਿਬ ਵੀ ਪੁਰਾਣੀਆਂ ਪੋਥੀਆਂ ਗੁੱਟ ਕੇ ਲੈ ਆਓ ਤਾਂ ਅਸੀਂ ਸੰਸਕਾਰ ਕਰਾਂਗੇ। ਇੱਥੇ ਇੰਡੀਆ ਦੇ ਵੱਡੇ ਲੈਵਲ ਤੇ ਮੈਸਿਵ ਲੈਵਲ ਤੇ ਹੋਣਾ ਸ਼ੁਰੂ ਕਰ ਸੀ। ਉਹ ਕਮਾਲ ਹੈ, ਇੰਨੀਆਂ ਕਿੰਨੀਆਂ ਕੁ ਪੁਰਾਣੀਆਂ ਹੋ ਗਈਆਂ ਵੀ 100 ਸਾਲ ਪੁਰਾਣੀ ਹੋ ਗਈ, 200 ਸਾਲ 400, ਕਮਾਲ ਆ। ਕੋਈ 5 ਸਾਲ ਕੋਈ 7 ਸਾਲ ਪੁਰਾਣਾ ਕੋਈ ਪੋਥੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਏਗਾ ਤੇ ਅਸੀਂ ਉਹ ਵੀ ਨਹੀਂ ਸੰਭਾਲ ਸਕਦੇ। ਇਸ ਤਰੀਕੇ ਦੇ ਨਾਲ ਅਸੀਂ ਆਪਣੀ ਜਿਹੜੀ ਪੁਰਾਣੀ ਕਈ ਵਾਰ ਹੈਰੀਟੇਜ ਹੱਥ ਲਿਖਤ ਪਤਾ ਨਹੀਂ ਕਿੰਨੀ ਫੂਕ ਦਿੱਤੀ ਲੋਕਾਂ ਨੇ ਕੱਢਿਆ ਇਸ ਤਰੀਕੇ ਨਾਲ। ਚਲੋ ਜੀ ਮੈਂ ਬਾਤ ਲੰਮੀ ਹੋ ਰਹੀ ਹੈ, ਸਿਰਫ ਟੂਕ ਮਾਤਰ ਬਿਆਨ ਕਰਦਾ ਹਾਂ। ਅਸੀਂ ਚੰਡੀਗੜ੍ਹ ਪੜ੍ਹਦੇ ਸੀਗੇ ਤੇ ਸੈਕਟਰ 34 ਡਿਫੈਂਸ ਕਲੋਨੀ ਦੇ ਵਿੱਚ ਇੱਕ ਫੈਮਿਲੀ ਵੱਡਾ ਸਾਰਾ ਇੱਕ ਕਿਤਾਬਾਂ ਦੀ ਗੱਠ, ਵੱਡੀ ਸਾਰੀ ਜਿਹੜੀ ਹੈ ਨਾ ਇੱਕ ਗੱਠ ਬੰਨ੍ਹ ਕੇ ਉੱਥੇ ਤੇ ਉਹ ਰੱਖ ਗਈ। ਤੇ ਇਹ ਕਿੱਥੇ ਜਾਣੀ ਹੈ ਜੀ? ਇਹ ਅੰਗੀਠਾ ਸਾਹਿਬ ਵਿੱਚ ਜਲਾਉਣ ਵਾਸਤੇ ਜਾਣਾ ਹੈ। ਉਹ ਬਾਏ ਚਾਂਸ ਉੱਥੇ ਪ੍ਰੈਜ਼ੀਡੈਂਟ ਸੀਗਾ ਗੁਰਦੁਆਰਾ ਸਾਹਿਬ ਦਾ, ਕਰਨਲ ਰੰਗੀ, ਰਿਟਾਇਰਡ ਕਰਨਲ ਸੀਗਾ। ਅਸੀਂ ਸਟੂਡੈਂਟ ਸੀਗੇ ਗੁਰਮਤਿ ਇੰਸਟੀਟਿਊਸ਼ਨ ਦੇ, ਅਸੀਂ ਕਿਤੇ ਲੰਘ ਰਹੇ ਹਾਂ ਤੇ ਉਹਨੇ ਸਾਨੂੰ ਕਾਲ ਕੀਤੀ, ਬੜਾ ਪਿਆਰ ਕਰਦਾ ਸੀਗਾ। ਉਹ ਕਹਿੰਦਾ ਉਰੇ ਆਓ ਬੱਚਿਓ। ਅਸੀਂ ਆ ਗਏ। ਉਹ ਕਹਿੰਦਾ ਓਏ ਆਪਣੇ ਮੈਨੇਜਰ ਨੂੰ ਬੁਲਾ ਕੇ, ਉਹ ਕਹਿੰਦਾ ਉਹ ਗੱਠ ਕਿੱਥੇ ਹੈ? ਇੱਥੇ ਪਈ ਸੀ। ਕਹਿੰਦਾ ਉਹ ਪਈ ਜੀ ਉੱਥੇ। ਕਹਿੰਦਾ ਨਾ ਬੱਚਿਆਂ ਨੂੰ ਦਿਖਾਏ ਕਰਿਓ, ਇਹਨਾਂ ਦੇ ਕੰਮ ਦਾ ਸ਼ਾਇਦ ਕੋਈ ਸਮਾਨ ਹੋਏ। ਕੋਈ ਕਿਸੇ ਨੇ ਕਹਿੰਦੇ ਘਰ ਦੇ 'ਚ ਲਾਇਬ੍ਰੇਰੀ ਸੀਗੀ ਤੇ ਉਹ ਬੰਦਾ ਫੌਤ ਹੋ ਗਿਆ। ਉਹਦੇ ਜਿਹੜੇ ਬੱਚੇ ਸੀਗੇ ਉਹ ਕੁਵੈਤ ਰਹਿੰਦੇ ਸੀਗੇ, ਉਹ ਵਾਪਸ ਆਏ। ਉਹਨਾਂ ਕਿਹਾ ਵੀ ਚਲੋ ਕੋਠੀ ਖਾਲੀ ਕਰਕੇ ਵੇਚਣੀ ਹੈ, ਬਾਕੀ ਸਮਾਨ ਤੇ ਸਾਰਾ ਉਹਨਾਂ ਨੇ ਚੁਕਾ ਚੁਕੂ ਦਿੱਤਾ। ਇਹ ਲਾਇਬ੍ਰੇਰੀ ਸੀ ਉਸ ਬਜ਼ੁਰਗ ਦੀ ਤੇ ਉਹਨਾਂ ਕਿਹਾ ਕਿੱਥੇ ਸੱਟੀਏ। ਉਹ ਰੱਦੀ ਵਾਲੇ ਨੂੰ ਬੁਲਾਇਆ, ਰੱਦੀ ਵਾਲੇ ਨੇ ਵਿੱਚੋਂ ਦੇਖ ਦੇਖ ਕੇ ਕਹਿੰਦੇ ਜੀ ਨਹੀਂ ਜੀ ਨਹੀਂ, ਇਹਦੇ 'ਚ ਬਾਣੀ ਲਿਖੀ, ਇਹ ਨਹੀਂ ਮੈਂ ਲਿਜਾ ਸਕਦਾ, ਇਹ ਨਹੀਂ ਲਿਜਾ ਸਕਦਾ, ਇਹ ਸਾਰਾ ਕੁਝ ਗੁਰਦੁਆਰੇ ਲੈ ਜਾਓ। ਅਸੀਂ ਜਿਵੇਂ ਹੀ ਉਹ ਗੱਠ ਖੋਲੀ, there wasn't any single book which was you can say useless or which was actually ਜਿਹੜੀ ਕੋਈ ਰਿਪ ਹੋਈ ਹੋਏ, ਕੋਈ ਬੇਕਾਰ ਹੋਏ। ਸਾਰੇ ਦਾ ਸਾਰਾ ਖਜ਼ਾਨਾ। ਪਹਿਲੀ ਹੀ ਪੋਥੀ ਚੱਕੀ ਅਸੀਂ, ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸੰਥਿਆ ਵਾਲੀ, ਤੇ ਅਸੀਂ ਦੇਖੀ ਪੱਥਰ ਛਾਪੇ ਖਾਨੇ ਦੀਆਂ ਜਿਹੜੀਆਂ ਪਹਿਲੀਆਂ ਪੋਥੀਆਂ ਛਾਪੀਆਂ ਸੀ ਕਦੇ ਪੱਥਰ ਦੇ ਛਾਪੇ ਖਾਨੇ ਦੇ ਨਾਲ, ਉਹ ਵਾਲੀ ਪੋਥੀ, ਇੱਕ ਐਂਟੀਕ ਚੀਜ਼। ਤੇ ਜੇ ਉਹ ਬਾਏ ਚਾਂਸ ਨਾ ਬੁਲਾਉਂਦਾ ਤੇ ਉਹ ਗੱਠ ਸਾਰੇ ਸਾਰੀ ਗਈ ਸੀਗੀ। ਸੋ ਇਹ ਚੀਜ਼ਾਂ ਕਿ ਸਾਨੂੰ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ। ਖੈਰ ਜਿਹੜੀ ਮੈਂ ਬਾਤ ਕਰਨ ਲੱਗਾ ਸੀਗਾ, ਅਸੀਂ ਮੈਨੂਸਕ੍ਰਿਪਚਰ ਤੇ ਥੋੜਾ ਸਮਾਂ ਦੇਖਿਆ ਸਰੂਪਾਂ ਨੂੰ। ਅਮਰੀਕਨ ਸਾਡੇ ਕੁਝ ਦੋਸਤ ਸੀਗੇ, ਉਹ ਫਾਈਨੈਂਸ ਕਰ ਰਹੇ ਸੀਗੇ, ਨਾਨਕ ਸ਼ਾਹੀ ਵਾਲੇ ਡਿਜੀਟਲਾਈਜ਼ ਕਰ ਰਹੇ ਸੀ ਸਰੂਪਾਂ ਨੂੰ। ਕੁਝ ਸਰੂਪ ਉਹਨਾਂ ਡਿਜੀਟਲਾਈਜ਼ ਕੀਤੇ। ਅੱਜ ਕੱਲ੍ਹ ਪੰਜਾਬ ਲਾਇਬ੍ਰੇਰੀ ਵਾਲਿਆਂ ਜਗ੍ਹਾ ਤੁਸੀਂ ਡਿਜੀਟਲ ਪੰਜਾਬ ਲਾਇਬ੍ਰੇਰੀ 'ਚ ਯੂ ਕੈਨ ਐਕਚੁਅਲੀ ਸੀ ਦੈਟ। ਉਹ ਜਿਹੜੀ ਬਾਤ ਹੋਈ ਕਿ ਉਹਦੇ ਅੰਦਰ ਜਿਹੜੀ ਬਾਤ ਕਹਿਣ ਲੱਗਾ ਸੀਗਾ ਮੈਂ ਕਿ ਜਦੋਂ ਸਰੂਪ ਅਸੀਂ ਦੇਖੇ ਤੇ ਉਹਨਾਂ ਸਰੂਪਾਂ ਦੇ ਵਿੱਚ ਕੀ ਹੋਇਆ ਕਿ ਜਿਵੇਂ ਸਰੂਪ ਹੈ ਉਹਦੇ ਪਿੱਛੇ ਜਾ ਕੇ ਕੁਛ ਚੀਜ਼ਾਂ ਲਿਖੀਆਂ ਨੇ ਜਿਹਨਾਂ ਨੂੰ ਅਸੀਂ ਖਾਰੇ ਸਰੂਪ ਕਹਿ ਦਿੰਦੇ ਹਾਂ। ਕਿਉਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਜਦੋਂ ਜਿਲਦਬੱਧ ਕਰਤਾ ਇਸ ਤਰੀਕੇ ਨਾਲ ਰੂਪ, ਇਹਦੇ ਵਿੱਚ ਪਹਿਲੇ ਪੇਜ ਤੋਂ ਲੈ ਕੇ ਲਾਸਟ ਪੇਜ ਤੱਕ ਸਿਰਫ ਗੁਰਬਾਣੀ ਹੋਣੀ ਚਾਹੀਦੀ ਹੈ, ਨਥਿੰਗ ਐਲਸ। ਕੋਈ ਵਿੱਚ ਹੋਰ ਜਿਹੜਾ ਐਕਸਟਰਾ ਨਹੀਂ, ਕਿਉਂਕਿ ਇਹਦਾ ਰੁਤਬਾ ਗੁਰੂ ਦਾ ਆ। ਇਹ ਰੁਤਬਾ ਗੁਰੂ ਦਾ, ਇਹਨੂੰ ਪ੍ਰਕਾਸ਼ ਕਰਦੇ ਹਾਂ ਅਸੀਂ ਇਸ ਤਰੀਕੇ ਨਾਲ। ਤੁਸੀਂ ਅੱਗੇ ਸਿਜਦਾ ਚੁਕਾਉਂਦੇ ਹਾਂ, ਸਿਰ ਚੁਕਾਉਂਦੇ ਹਾਂ। ਪਰ ਕਈ ਵਾਰ ਕੀ ਹੋਏਗਾ ਕਿ ਉਸ ਕੋਈ ਸਰੂਪ ਦੇਖਿਆ, ਉਹਨਾਂ ਦੇ ਪਿੱਛੇ ਕੀ ਲਿਖਿਆ? ਸ਼ਾਹੀ ਬਣਾਉਣ ਦਾ ਫਾਰਮੂਲਾ। ਉਹ ਜਦੋਂ ਸ਼ਾਹੀ ਬਣਾਉਣ ਦਾ ਫਾਰਮੂਲਾ ਲਿਖਿਆ ਗਿਆ, ਇਹ ਬੀੜ ਖਾਰੀ ਹੋ ਗਈ। ਮਤਲਬ ਜਿਵੇਂ ਪਾਣੀ ਨਹੀਂ ਥੋੜਾ ਸਵਾਦ ਬਦਲ ਜਾਂਦਾ, ਖਾਰੀ ਹੋ ਗਈ। ਪੇਜ ਜਿਹੜਾ ਹੈਗਾ ਕਿਸੇ ਨੇ ਵਿੱਚ ਥੋੜਾ ਮਿਕਸ ਕਰਤਾ। ਕਿਸੇ ਸਰੂਪ ਦੇ ਪਿੱਛੇ ਲਿਖਿਆ ਕਿ ਫਲਾਣਾ ਬੰਦਾ ਆਇਆ ਸੀਗਾ, ਇੰਨੇ ਦਸਵੰਧ ਦੇ ਪੈਸੇ ਦੇ ਗਿਆ ਤੇ ਉਹ ਜਿਹੜਾ ਹੈਗਾ ਜਥੇ ਤੱਕ ਪਹੁੰਚਾਣੇ ਨੇ। ਮਤਲਬ ਜਦੋਂ 18ਵੀਂ ਸਦੀ ਦਾ ਸਮਾਂ ਚੱਲ ਰਿਹਾ, ਇਹੋ ਜਿਹੀ ਗੱਲ ਲਿਖੀ ਹੈ। ਕੋਈ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਦੋ ਚਾਰ। ਅਸੀਂ ਆਪਣੇ ਪ੍ਰੋਫੈਸਰ ਨੂੰ ਪੁੱਛਿਆ ਵੀ ਆਹ ਕੀ ਚੀਜ਼ ਆ, ਕਿਸੇ ਨੂੰ ਇੰਨੀ ਸੈਂਸ ਨਹੀਂ ਹੈਗੀ। ਤੇ ਹੱਸ ਕੇ ਕਹਿੰਦੇ ਬੱਚਿਓ ਅੱਜ ਦੇ ਜ਼ਮਾਨੇ 'ਚ ਰਹਿੰਦੇ ਹੋ, ਤੁਹਾਨੂੰ ਕੀ ਪਤਾ ਅੱਖਰ ਦੀ ਵੈਲਿਊ ਕੀ,
ਕਾਗਜ਼ ਦੀ ਵੈਲਿਊ ਕੀ ਹੁੰਦੀ ਹੈ। ਘਰਾਂ ਥਾਵਾਂ ਦੇ ਵਿੱਚ ਸਵਾਏ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਤੋਂ ਬਿਨਾਂ ਕੋਈ ਹੋਰ ਕਾਗਜ਼ ਹੈ ਹੀ ਨਹੀਂ, ਕੋਈ ਕਾਗਜ਼ ਨਹੀਂ ਹੋਰ ਹੈਗਾ। ਬੰਦੇ ਨੂੰ ਪਤਾ ਲੱਗਾ, ਕੋਈ ਬੰਦਾ ਕਸ਼ਮੀਰ ਤੋਂ ਆਇਆ, ਉਹਨੇ ਆ ਕੇ ਦੱਸਿਆ ਮੈਂ ਇੱਕ ਬੜਾ ਵਧੀਆ ਸ਼ਾਹੀ ਬਣਾਉਣ ਦਾ ਫਾਰਮੂਲਾ ਸਿੱਖ ਕੇ ਆਇਆ ਵਾਂ, ਐਵੇਂ ਐਵੇਂ ਕਰਕੇ, ਕਿਉਂਕਿ ਸ਼ਾਹੀ ਬਣਾਉਣੀ ਕਿਹੜਾ ਮਸ਼ੀਨਾਂ ਸੀਗਾ, ਸ਼ਾਹੀ ਬਣ ਕੇ ਆ ਗਈ ਕਿਤੋਂ। ਸੋ ਆਹ ਇੱਕ ਤਰੀਕਾ ਆ, ਇਹਦੇ ਨਾਲ ਮੱਸੂ ਸ਼ਾਹੀ ਬੜੀ ਵਧੀਆ ਬਣ ਜਾਂਦੀ ਹੈ। ਉਹਨੇ ਤਰੀਕੇ ਨਾਲ ਸ਼ਾਹੀ ਬਣਾਈ, ਕਿਹਾ ਬੜੀ ਵਧੀਆ ਸ਼ਾਹੀ ਹੈ ਬਣੀ। ਪਰ ਆਪਾਂ ਕਿਤੇ ਭੁੱਲ ਨਾ ਜਾਈਏ, ਕੀ ਕੀਤਾ ਜਾਏ, ਪੋਥੀ ਸਾਹਿਬ ਦੇ ਪਿੱਛੇ ਲਿਖ ਦਿੰਦੇ ਆ, ਕਿਉਂਕਿ ਇੱਕੋ ਹੀ ਤੇ ਪੇਪਰ ਹੈ ਘਰ 'ਚ। ਕੋਈ ਪੈਸੇ ਦੇ ਗਿਆ ਤੇ ਉਹਨੇ ਕਿਹਾ ਵੀ ਓਕੇ, ਇਹ ਪੈਸੇ ਜਿਹੜੇ ਨੇ ਇਹ ਪੰਥ ਦੀ ਅਮਾਨਤ ਹੈ। ਦਸਵੰਧ ਕੋਈ ਫਕੜਾ ਕੇ ਗਿਆ ਤੇ ਜਥੇ ਤੱਕ ਪਹੁੰਚਾਉਣੇ ਆ, ਜਿਹੜੇ ਅਕਾਲੀ ਜਥੇ ਤੁਰੇ ਫਿਰਦੇ ਨੇ। ਤੇ ਕੀ ਕੀਤਾ ਜਾਏ, ਕਿਤੇ ਭੁੱਲ ਨਾ ਜਾਈਏ, ਮੁੜ ਕੇ ਗੁਰੂ ਦੀ ਅਮਾਨਤ ਰਹਿ ਜਾਏ, ਮਤੇ ਖਿਆਮਤ ਹੋ ਜਾਏ। ਪੋਥੀ ਸਾਹਿਬ ਦੇ ਪਿੱਛੇ ਲਿਖ ਦਿੱਤਾ। ਮੇਨ ਇਹ ਕਾਗਜ਼, ਇਹ ਪੋਥੀ, ਇਹ ਅੱਖਰ ਕਿੱਥੇ ਮਤਲਬ ਲੋਕਾਂ ਨੂੰ ਦੇਖਣ ਨੂੰ ਮੁਯੱਸਰ ਹੁੰਦੇ ਸੀਗੇ। ਅਜੇ ਵੀ ਤੁਸੀਂ ਕਦੇ ਦੇਖਿਆ ਹੋਵੇ, ਸਾਡੇ ਕੁਝ ਬਜ਼ੁਰਗ ਐਸੇ ਨੇ ਜਿਹੜੇ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜਾਂਦੇ ਨੇ ਤੇ ਜਾ ਕੇ ਰੁਮਾਲਾ ਸਾਹਿਬ ਐਵੇਂ ਚੱਕ ਕੇ ਤੇ ਦਰਸ਼ਨ ਕਰਕੇ ਤੇ ਫਿਰ ਇਸ ਤਰੀਕੇ ਨਾਲ, ਇਹਨੂੰ ਸਾਡੇ ਰਹਿਤਨਾਮਿਆਂ 'ਚ ਲਿਖਿਆ ਗਿਆ, ਇਹ ਮਨ ਮਤ ਹੈ, ਐਵੇਂ ਨਹੀਂ ਕਰਨਾ। ਗ੍ਰੰਥ ਸਾਹਿਬ ਦੇ ਦਰਸ਼ਨ ਦਾ ਮਤਲਬ ਜਾਣੋ। ਸ਼ਾਇਦ ਤੁਸੀਂ ਕਦੀ ਇਸ ਚੀਜ਼ ਨੂੰ ਦੇਖਿਆ ਹੋਵੇ। ਆਪਾਂ ਗ੍ਰੰਥ ਸਾਹਿਬ ਤੋਂ ਇਸ ਤਰੀਕੇ ਨਾਲ ਜਿਹੜਾ ਹੈਗਾ ਰੁਮਾਲਾ ਸਾਹਿਬ ਹਟਾਉਂਦੇ ਆ, ਤੇ ਰੁਮਾਲਾ ਸਾਹਿਬ ਹਟਾ ਕੇ ਨਾਲ ਹੀ ਐਵੇਂ ਦੇ ਦੇਣੇ ਨਾ। ਇਹ ਕੋਈ ਐਵੇਂ ਡਿਸਪਲੇ ਤੇ ਲਗਾਈ ਹੋਈ ਬੁੱਕ ਨਹੀਂ ਹੈ। ਨੋ, that is your guru. Once you are opening that part, that mean you have to read. ਤੁਸੀਂ ਪੜ੍ਹਨਾ ਹੈ ਉੱਥੇ। ਤੁਸੀਂ ਕਦੀ ਦੇਖਿਆ ਹੋਏ ਸ਼ਾਇਦ, ਜਦੋਂ ਤੁਸੀਂ ਪ੍ਰਕਾਸ਼ ਵੀ ਕਰਦੇ ਆ ਐਵੇਂ ਪ੍ਰਕਾਸ਼ ਕਰਕੇ ਤੇ ਚਲੋ ਜੀ ਬਸ, no, you have to take ਹੁਕਮਨਾਮਾ, you have to read. ਕੱਲਾ ਹੀ ਨਹੀਂ, ਜੋ ਤੁਸੀਂ ਸੰਤੋਖਣ ਲੱਗੇ ਹੋ, ਤੁਸੀਂ ਕਦੇ ਦੇਖਿਆ ਸਿੰਘਾਂ ਨੂੰ ਸੰਤੋਖਦਿਆਂ ਨੂੰ, when they do like that, they read one more time. ਐਕਚੁਅਲ ਲੈਵਲ ਤੇ ਇਹਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ, ਕਿਉਂਕਿ ਪੂਜਾ ਨਹੀਂ ਹੈਗੀ, ਪੂਜਾ ਅਕਾਲ ਦੀ ਹੈ। We don't do worship of Guru Granth Sahib Maharaj. No, no, no. ਪਰਚਾ ਸ਼ਬਦ ਦਾ, ਤੇ ਪਰਚਾ ਕੀ ਹੈ? ਪਰਚੇ ਦਾ ਮਤਲਬ ਹੀ ਹੁੰਦਾ ਹੈ to read, to recite, to understand. You have to make this kind of relationship with this actually writing, this master. This is a living guru. That is actually, ਇਹ ਹੈ, ਇਹ ਐਕਚੁਅਲੀ ਉਹਦੀ ਲਿਵਿੰਗ ਆਈਡੈਂਟਿਟੀ ਦੀ ਅਸੀਂ ਇਸ ਕਿਸਮ ਦੀ ਗੱਲ ਕਰਦੇ ਹੈਗੇ ਆ। ਉਹ ਕੋਈ ਉਸ ਲੈਵਲ ਤੇ ਲਿਜਾਣਾ ਹੈ ਕਿ ਜਦ ਕਈ ਵਾਰ ਲੋਕੀ ਕਹਿੰਦੇ ਨੇ ਇਹ ਹੈ, ਤੁਸੀਂ ਉਹਨੂੰ ਅਲਾਈਵ, ਜਿਵੇਂ ਸਪੋਜ਼ ਕਰੋ ਕਿ ਬੱਚੇ ਨੂੰ ਵੀ ਤੁਸੀਂ ਐਵੇਂ ਨਹੀਂ ਕਰਦੇ। ਕਈ ਵਾਰੀ ਬੱਚਾ ਹੈਗਾ ਤੇ ਬੱਚੇ ਨੂੰ ਤੁਸੀਂ ਕਹੋ ਕਿ ਬੱਚਾ ਸਪੋਜ਼ ਕਰੋ ਲੰਮਾ ਪਿਆ ਆ ਤੇ ਉਹਦੀ ਬਾਂਹ ਫੜ ਕੇ ਉਠਾਓ, ਉਹਦੀ ਸ਼ਕਲ ਦੇਖੋ, ਠੀਕ ਹੈ ਪੈ ਜਾ। ਬੱਚਾ ਕਹੇ ਵਟ, ਵਾਈ ਆਰ ਯੂ ਐਕਚੁਅਲੀ ਵੇਕਿੰਗ ਮੀ ਅਪ, ਵਟਸ ਅਪ, ਕੀ ਹੋਇਆ? ਫਿਰ ਤੁਸੀਂ ਉਹਨੂੰ ਗੱਲ ਦੱਸਦੇ ਹੋ, ਉਹਦੀ ਸੁਣਦੇ ਹੋ। ਉਹ ਮੈਂ ਤੈਨੂੰ ਐਕਚੁਅਲੀ ਮੈਂ ਦੇਖਣਾ ਸੀਗਾ ਵੀ ਤੂੰ, ਤੇਰਾ ਸਿਰ ਦੁਖ ਰਿਹਾ ਸੀਗਾ, ਕਿ ਕੋਈ ਗੱਲ ਕਰੋਗੇ ਉਹਦੇ ਨਾਲ। ਐਕਚੁਅਲੀ ਇਹ ਰਿਲੇਸ਼ਨਸ਼ਿਪ ਹੈ ਇਹਦੇ ਨਾਲ ਸਾਡੀ। ਅਸੀਂ ਸਿਰਫ ਇਸ ਤਰ੍ਹਾਂ ਨਹੀਂ ਕਰਦੇ। ਖੈਰ ਗੱਲ ਲੰਮੀ ਹੋ ਜਾਏਗੀ, ਮੈਂ ਟੂਕ ਮਾਤਰ ਉਸ 'ਤੇ ਬਿਆਨ ਕਰਾਂ, ਸ਼ਬਦ ਦੇ ਅਰਥ ਕਰਨੇ ਆ। ਉਹ 'ਚ ਗੱਲ ਇਹ ਹੋਈ, ਗੁਰੂ ਸਾਹਿਬ ਨੇ ਸ਼ਬਦ ਕਿਵੇਂ ਸਿਖਾਇਆ। ਅੱਖਰ ਨਹੀਂ ਸੀਗਾ, ਕਾਗਜ਼ ਨਹੀਂ ਸੀਗਾ, ਕਲਮ ਨਹੀਂ ਸੀ ਚਲਾਉਣੀ ਆਉਂਦੀ। ਗੁਰੂ ਸਾਹਿਬ ਕੀ ਕਰਦੇ, ਜਦੋਂ ਕੋਈ ਸੰਗਤ ਆਉਂਦੀ ਗੁਰੂ ਸਾਹਿਬ ਦੇ ਕੋਲ, ਮੈਂ ਸਾਖੀ ਕਹਿਣ ਲੱਗਾ ਸੀਗਾ ਗੁਰੂ ਅੰਗਦ ਸਾਹਿਬ ਦੇ ਟਾਈਮ ਦੀ, ਸੰਗਤ ਆਈ ਦਰਿਆਏ ਸਿੰਧ, ਬਲੂਚਿਸਤਾਨ ਦੇ ਇਲਾਕੇ ਦੇ ਵਿੱਚੋਂ, ਦਾ ਏਰੀਆ ਟੋਟਲੀ ਨੀਅਰ ਟੂ ਅਫਗਾਨਿਸਤਾਨ। ਉਹ 2 ਦਿਨ ਰਹੇ, ਵਪਾਰੀ ਲੋਕ ਸੀ, ਸੁਦਾਗਰ ਕਾਰੋਬਾਰ ਕਰਨ ਵਾਸਤੇ ਆਏ ਸੀ, ਲੰਘ ਰਹੇ ਸੀ, ਗੁਰੂ ਸਾਹਿਬ ਕੋਲ ਠਹਿਰੇ। ਉਹ ਵਾਪਸ ਚੱਲੇ ਨੇ, ਗੁਰੂ ਸਾਹਿਬ ਕੋਲੋਂ ਇਜਾਜ਼ਤ ਲੈਣ ਲਿਆ, ਗੁਰੂ ਸਾਹਿਬ ਪਲੀਜ਼ ਸਾਨੂੰ ਇਜਾਜ਼ਤ ਦਿਓ, ਅਸੀਂ ਜਾ ਰਹੇ ਹਾਂ। ਗੁਰੂ ਸਾਹਿਬ ਨੇ ਕਿਹਾ ਠੀਕ ਹੈ ਭਾਈ ਜਾਓ। ਹਾਂ ਭਾਈ, ਸੁਖ ਸ਼ਾਂਤੀ ਨਾਲ ਜਾਇਓ, ਗੁਰੂ ਕੀਆਂ ਖੁਸ਼ੀਆਂ ਤੁਹਾਡੇ ਨਾਲ ਨੇ, ਤੇ ਕੰਮ ਕਰਿਓ ਸਾਰੇ ਨਗਰ ਲਈ ਪ੍ਰਸ਼ਾਦ ਲੈ ਕੇ ਜਾਇਓ। ਉਹਨਾਂ ਕਿਹਾ ਬਾਬਾ ਜੀ ਤੁਹਾਡੀਆਂ ਖੁਸ਼ੀਆਂ ਵਾਸਤੇ ਕੋਟਾਨ ਕੋਟ ਧੰਨਵਾਦ ਹੈ, ਰੋਮ ਰੋਮ ਧੰਨਵਾਦ ਹੈ, ਪਰ ਸਾਨੂੰ ਇਹ ਸੇਵਾ ਏਡੀ ਵੱਡੀ ਨਾ ਲਾਓ। ਕੀ ਹੋਇਆ ਭਾਈ? ਬਾਬਾ ਜੀ ਸਾਡਾ ਨਗਰ ਬਹੁਤ ਵੱਡਾ ਆ, ਜੇ ਅਸੀਂ ਇੱਕ ਇੱਕ ਘਰ ਵਾਸਤੇ ਕੁਝ ਗ੍ਰਾਮ, ਮਤਲਬ ਜਿਹੜਾ ਹੈਗਾ ਕਿ ਚੁਟਕੀ ਚੁਟਕੀ ਵੀ ਪ੍ਰਸ਼ਾਦ ਚੱਕਾਂਗੇ, ਸਾਨੂੰ ਐਟਲੀਸਟ 30-40 kg ਮਣ ਪੱਕਾ ਘੱਟ ਤੋਂ ਘੱਟ ਚੱਕਣਾ ਪਏਗਾ ਇੱਥੋਂ। ਸਫ਼ਰ ਬਹੁਤ ਲੰਮਾ ਆ, ਸਮਾਨ ਸਾਡੇ ਕੋਲ ਆਲਰੇਡੀ ਕਾਫੀ ਹੈ,
ਬੰਦੇ ਅਸੀਂ ਥੋੜੇ ਆ, ਇਸ ਕਰਕੇ ਅਸੀਂ ਇੰਨਾ ਪ੍ਰਸ਼ਾਦ ਨਹੀਂ ਲਿਜਾ ਸਕਾਂਗੇ। ਗੁਰੂ ਬਾਬਾ ਜੀ ਇਹ ਹੁਕਮ ਤੁਸੀਂ ਜੇ ਬਖਸ਼ਿਸ਼ ਕਰੋ, ਇਸ ਹੁਕਮ ਤੋਂ ਆਜ਼ਾਦੀ ਦੇ ਦਿਓ ਸਾਨੂੰ। ਗੁਰੂ ਸਾਹਿਬ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ, ਕੋਈ ਗੱਲ ਨਹੀਂ, ਗੁਰੂ ਦੇ ਘਰ ਆਏ ਹੋ, ਹਰ ਚੀਜ਼ ਦਾ ਇੱਥੇ ਅੱਲਾ, ਹਰ ਚੀਜ਼ ਦਾ ਸੋਲਿਊਸ਼ਨ ਹੈ, ਹਰ ਚੀਜ਼ ਦਾ ਹੱਲ ਹੈਗਾ। ਤੁਸੀਂ ਜਾਣਾ ਆ, ਪ੍ਰਸ਼ਾਦ ਤੁਸੀਂ ਲੈ ਕੇ ਜਾਓਗੇ, ਰਹੋ 2 ਦਿਨ ਹੋਰ, ਤੁਸੀਂ ਸਾਰੇ ਪਿੰਡ ਵਾਸਤੇ ਪ੍ਰਸ਼ਾਦ ਲੈ ਕੇ ਜਾਓਗੇ। ਮਹਾਰਾਜ ਕਿਵੇਂ ਲੈ ਕੇ ਜਾਵਾਂਗੇ? ਗੁਰੂ ਬਾਬਾ ਜੀ ਨੇ ਕਿਹਾ, ਜਿਹੜਾ ਕੱਲ ਤੱਕ ਸ਼ਬਦ ਸੁਣਿਆ ਜੇ, ਜਿਹੜਾ ਸ਼ਬਦ ਸੁਣਿਆ ਸੀ ਪਰਸੋਂ, ਉਹ ਯਾਦ ਕੀਤਾ ਹੈ? ਕਹਿਣ ਲੱਗੇ ਨਹੀਂ ਮਹਾਰਾਜ। ਸਾਹਿਬ ਕਹਿੰਦੇ ਯਾਦ ਕਰੋ, ਯਾਦ ਕਰੋ ਸ਼ਬਦ ਜੋ ਤੁਸੀਂ ਕੱਲ ਕੀਰਤਨ ਸੁਣਿਆ, ਜੋ ਪਰਸੋਂ ਸੁਣਿਆ, ਉਸ ਕੀਰਤਨ ਦੇ ਸ਼ਬਦ ਨੂੰ ਆਪਣੀ ਸੁਰਤ 'ਚ ਪਾ ਕੇ ਲੈ ਕੇ ਜਾਇਓ, ਪਿੰਡ ਦੀ ਧਰਮਸਾਲ ਦੂਜਿਆਂ ਨੂੰ ਸੁਣਾਇਓ ਜਾ ਕੇ। ਪ੍ਰਸਾਦ, ਸ਼ਬਦ ਪ੍ਰਸਾਦ ਹੈ। ਇਹ ਹੈ ਬਾਣੀ ਇਸ ਤਰੀਕੇ ਨਾਲ ਟਰੈਵਲ ਕੀਤੀ। ਅੱਖਰ, ਪੇਪਰ, ਪੋਥੀ, ਗੁਟਕਾ ਤੇ ਬੜਾ ਬਾਅਦ ਚ ਆਇਆ। ਐਵੇਂ ਗੁਰੂ ਸਾਹਿਬ ਸੁਰਤ ਚ ਪਾ ਕੇ ਹੈ। ਇਹ ਗੁਣਗਾਨ ਆ, ਭਗਤੀ ਇਹ ਹੈ। ਤੇ ਚੇਤੇ ਰੱਖੋ, ਜਿਨ੍ਹਾਂ ਸੁਰਤ ਦੇ ਵਿੱਚ, ਜਿਸ ਸੁਰਤ ਦੇ ਵਿੱਚ ਲਗਾਤਾਰ ਸ਼ਬਦ ਪਾਓਗੇ, ਯਾਦ ਕਰੋਗੇ, ਅੰਦਰ ਪੜੋਗੇ, ਰੈਪੀਟੀਸ਼ਨ ਕਰੋਗੇ, ਅਲਟੀਮੇਟਲੀ ਸ਼ਬਦ ਤੁਹਾਨੂੰ ਅੰਗੇਜ ਕਰ ਲੇਗਾ ਆਪਣੇ ਨਾਲ। ਦੈਟ ਐਬਿਲਿਟੀ ਸ਼ਬਦ ਹੈ। ਸ਼ਬਦ ਵਿੱਚ ਸਮਰੱਥਾ ਪਾਇਆ ਆ। ਇਹ 'ਚ ਜਿਵੇਂ ਉਹ ਲੋਕ ਕਹਿੰਦੇ ਨਾ, ਮੈਗਨੇਟ ਦੇ ਨਾਲ ਕਿਸੇ ਧਾਤ ਨੂੰ ਲਗਾਓਗੇ ਐਂਡ ਦੈਟ ਐਕਚੁਅਲੀ ਉਹ ਆਪਣੀ ਜਿਹੜੀ ਮੈਗਨੈਟਿਕ ਫੋਰਸ ਉਹਦੇ 'ਚੋਂ ਐਨਰਜੀ ਕਨਵਰਟ ਕਰ ਦਿੰਦਾ ਹੈਗਾ। ਤੇ ਸ਼ਬਦ ਹੈ। ਜਿਨ੍ਹਾਂ ਨੇ ਪੜ੍ਹਿਆ, ਸਮਝਿਆ, ਬੀਤੇ ਕੱਲ ਮੈਂ ਉਹ ਮਰਾਸ਼ੀਆਂ ਦੀ ਬਾਤ ਸੁਣਾ ਰਿਹਾ ਸੀਗਾ, ਉਹਨਾਂ ਨੇ ਥੋੜ੍ਹਾ ਬਹੁਤਾ ਸੁਣਿਆ ਸਿੱਖਾਂ ਬਾਰੇ, ਸਾਰਾ ਕੁਝ ਜਿੰਨੀ ਕੁ ਉਹਨਾਂ ਨੇ ਐਕਟ ਕੀਤਾ, ਉਸ ਤਰੀਕੇ ਨਾਲ ਜੀਵਨ ਬਦਲ ਗਿਆ। ਇੱਥੇ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਹੜਾ ਬਿਆਨ ਕਰਦੇ ਨੇ, ਉਹ ਕਹਿੰਦੇ ਨੇ ਕਿ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਜਿਸੀ ਰਾਤ ਦਿਨ ਐਫਰਟ ਪਾਓਗੇ, ਇਹ ਓਕੇਜਨਲ ਪ੍ਰੈਕਟਿਸ ਐਕਸਰਸਾਈਜ਼ ਨਹੀਂ ਹੈ ਵੀ ਕਦੀ ਕੀਤੀ ਕਦੀ ਨਾ ਕੀਤੀ, ਕਦੀ ਧਿਆਨ ਦਿੱਤਾ ਕਦੀ ਨਾ ਦਿੱਤਾ, ਨਾ ਭਾਈ। ਇੱਕ ਕੰਸਿਸਟੈਂਸੀ ਚਾਹੀਦੀ ਇਹਦੇ ਵਿੱਚ। ਇੱਕ ਲਗਾਤਾਰਤਾ ਦੇ ਨਾਲ ਚੀਜ਼ਾਂ ਜਿਹੜੀਆਂ ਕਰਨੀਆਂ ਪੈਂਦੀਆਂ ਨੇ, ਜਿਵੇਂ ਫੂਡ ਆ, ਜਿਵੇਂ ਹੋਰ ਸਾਡੇ ਜੀਵਨ ਦੇ ਐਸੈਂਸ਼ੀਅਲ ਪਾਰਟ ਹੈਗੇ ਨੇ, ਉਹਨਾਂ ਦੇ ਵਿੱਚ। ਅਦਰਵਾਈਜ਼ ਬੰਦਾ ਫਿਰ ਸੋਚਦਾ ਨਹੀਂ, ਕੋਈ ਨਾ। ਫਿਰ ਕਈ ਵਾਰੀ ਵੀ ਕਹਿ ਦਿੰਦੇ ਹਾਂ ਅਸੀਂ, ਆਈ ਹੈਵ ਰੈਡ ਬਾਣੀ ਬਟ ਆਈ ਡਿਡਨਟ ਫੀਲ ਐਨੀਥਿੰਗ। ਮੈਂ ਪਤਾ ਨਹੀਂ ਕਿੰਨੀ ਵਾਰੀ ਸੁਣਿਆ ਬੱਚਿਆਂ ਤੋਂ ਐਵੇਂ। ਤੇ ਮੈਂ ਉਹਨਾਂ ਨੂੰ ਕਹਿਣਾ ਵਾ, ਨੋ, ਯੂ ਹੈਵਨਟ ਰੈਡ ਇਟ। ਇਫ ਯੂ ਹੈਵ ਇਟ ਦੈਨ ਡੈਫੀਨੇਟਲੀ ਉਹ ਸੁਰਤ ਤੇਰੇ 'ਚ ਹੋਣੀ ਸੀ ਕਿਤੇ ਨਾ ਕਿਤੇ। ਅੱਗੇ ਮਹਾਰਾਜ ਜਿਹੜੇ ਬਚਨ ਕਹੇ ਨੇ, 2 ਪਤੇ ਜਿਹੜੇ ਵਿਚਾਰਨੇ ਨੇ, ਅਸੀਂ ਉਹਨਾਂ ਦੇ ਵਿਚਾਰ ਕਰਕੇ ਫਿਰ ਵਾਈਂਡ ਅਪ ਕਰਦੇ ਹਾਂ। ਮਹਾਰਾਜ ਬਿਆਨ ਕਰਦੇ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ। ਮੁਕਤਾ, ਮੁਕਤੀ ਕਹਿੰਦੇ ਨੇ ਸਾਲਵੇਸ਼ਨ, ਜਿਹੜੀ ਸੈਲਵੇਸ਼ਨ ਹੁੰਦੀ ਹੈ। ਪੀਪਲ ਆਲਵੇਜ਼ ਐਕਚੁਅਲੀ ਟਾਕ ਅਬਾਊਟ ਇਟ, ਹਾਊ ਟੂ ਗੈਟ ਸੈਲਵੇਸ਼ਨ। ਮੁਕਤੀ ਕਿਵੇਂ ਹੋਏਗੀ? ਮਹਾਰਾਜ ਨੇ ਬਿਆਨ ਕੀਤਾ, ਜਿਸ ਅੰਤਰ ਪ੍ਰੀਤ, ਜਿਹੜਾ ਇੱਕ ਇਨਰ ਰਿਲੇਸ਼ਨਸ਼ਿਪ ਹੈ ਤੁਹਾਡੀ ਉਸ ਸ਼ਬਦ ਨਾਲ, ਉਸ ਸਕੂਲ ਆਫ ਥਾਟ ਦੇ ਨਾਲ, ਜਿਹੜਾ ਸਕੂਲ ਆਫ ਥਾਟ ਤੁਹਾਨੂੰ ਅੰਗੇਜ ਕਰਦਾ ਹਾਇਰ ਲੈਵਲ 'ਤੇ। ਦੇਖੋ, ਜਿਹੜੇ ਹਿਊਮਨ ਵਰਚੂਜ਼ ਨੇ, ਦੇ ਐਕਚੁਅਲੀ give us some kind of contentment, some kind of satisfaction if we have it, if we exercise it. ਜਿਵੇਂ ਮੈਂ ਕੰਪੈਸ਼ਨ ਦੀ ਗੱਲ ਕੀਤੀ, ਇੱਕ ਗੈਸ ਸਟੇਸ਼ਨ 'ਤੇ ਮੈਸੇਜ ਥੋੜ੍ਹਾ ਬਦਲਣ ਦੇ ਨਾਲ ਬੰਦੇ ਨੂੰ ਜਦੋਂ ਇਹ ਅਹਿਸਾਸ ਕਰਾਇਆ ਗਿਆ ਕਿ ਇੱਥੇ ਸਿਰਫ ਪੈਸੇ ਸੇਵ ਕਰਨ ਦੀ ਗੱਲ ਨਹੀਂ ਹੈ, ਉਹਦੇ 'ਚ ਤੇ ਬੰਦਾ ਬੜਾ ਸੈਲਫੀ ਜਿਹਾ ਮਹਿਸੂਸ ਕਰੇਗਾ ਵੀ ਓਕੇ, ਵਟ ਆਈ ਐਮ ਥਿੰਕਿੰਗ ਜਸਟ ਸੇਵਿੰਗ, ਹੂ ਕੇਅਰ ਅਬਾਊਟ ਸੇਵਿੰਗ, ਆਈ ਐਮ ਅਰਨਿੰਗ ਅ ਲੋਟ ਆਫ ਮਨੀ, why do I actually pay attention to actually saving, and that kind of saving, ਕੁਝ ਸੈਂਟ ਸੇਵ ਕਰਾਂਗਾ ਮੈਂ, ਬੜਾ ਚੀਪ ਹੋ ਜਾਵਾਂਗਾ ਮੈਂ। ਤੇ ਜਦੋਂ ਬੰਦੇ ਨੂੰ ਰਿਅਲਾਈਜ਼ ਕਰਾਇਆ ਗਿਆ ਇਹ ਤੇਰੇ ਕੁਝ ਸੈਂਟ ਸੇਵ ਕਰਨ ਦੀ ਗੱਲ ਨਹੀਂ ਹੈ, ਇਹ ਤੇ এনवायरमेंट ਸੇਵ ਕਰਨ ਦੀ ਗੱਲ ਆ, ਆਉਣ ਵਾਲੀਆਂ ਜਨਰੇਸ਼ਨ ਦਾ ਭਲਾ ਕਰਨ ਦੀ ਗੱਲ ਆ। ਕੰਪੈਸ਼ਨ ਆਇਆ ਅੰਦਰ। ਇਹ ਜਿਹੜੀ ਕਟਸੀ, ਜਿਹੜੀ ਇਹ ਚੀਜ਼ ਆ, ਇਹ ਬੰਦੇ ਨੂੰ ਹਾਇਰ ਲੈਵਲ ਤੇ ਲੈ ਜਾਂਦੀ। ਐਕਚੁਅਲ ਲੈਵਲ ਤੇ ਇਹਦੇ ਵਿੱਚੋਂ ਬੰਦੇ ਨੂੰ ਸੁੱਖ ਮਿਲਦਾ ਆ, ਖੁਸ਼ੀ ਮਿਲਦੀ ਹੈ। ਬਾਕੀ ਤੇ ਸਭ ਚੀਜ਼ਾਂ ਜਿਹੜੀਆਂ ਨੇ, ਜਿਵੇਂ ਸਪੋਜ਼ ਕਰੋ ਇਹਦੇ ਬਾਬਤ ਵੀ ਸਾਡੇ ਕੋਲ ਸਟੱਡੀਜ਼ ਆਈਆਂ ਨੇ, ਜਿਵੇਂ ਫੈਸ਼ਨ ਵਗੈਰਾ ਪਾਉਣਾ ਆ, ਇਹਦੇ ਬਾਰੇ ਪਤਾ ਲੱਗਾ ਬੰਦਾ ਦੇਖੋ, ਜੇ ਤੇ ਜਿਹੜੇ ਕੱਪੜੇ ਤੁਹਾਡੇ ਬੋਡੀ ਨੂੰ ਚੰਗੇ ਲੱਗਦੇ ਨੇ, ਤੁਹਾਨੂੰ ਕੋਜ਼ੀ ਫੀਲ ਕਰਾਉਂਦੇ ਨੇ, ਤੁਹਾਨੂੰ ਕੰਫਰਟ ਫੀਲ ਕਰਾਉਂਦੇ ਨੇ, ਦੈਟਸ ਗੁੱਡ। ਇਹ ਤੁਸੀਂ ਆਪਣੇ ਲਈ ਕਰ ਰਹੇ ਹੋ ਉਸ ਤਰੀਕੇ ਨਾਲ। ਪਰ ਕਈ ਵਾਰ ਕੀ ਹੁੰਦਾ,
ਬੰਦਾ ਇਹੋ ਜਿਹੇ ਕੱਪੜੇ ਪਾਉਂਦਾ ਜਿਹਨਾਂ 'ਚ ਆਪ ਵੀ ਤੰਗ ਹੁੰਦਾ ਹੈ, ਪਰ ਕਿਉਂ ਪਾ ਰਿਹਾ ਹੈ? ਟੂ ਸ਼ੋ that I have some kind of different kind of actually look, or I have some kind of ਜਿਹੜਾ ਹੈਗਾ ਮੇਰੇ ਕੋਲ ਕੁਛ ਬ੍ਰਾਂਡਡ ਕਲੋਥਿੰਗ ਹੈ, ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ। ਇਹ ਕੀ ਹੈ? ਇਹ ਬੰਦੇ ਦੀ ਇੱਕ ਲੈਵਲ ਤੇ ਆ ਕੇ ਜਿੱਥੇ ਬੰਦੇ ਦੇ ਅੰਦਰ ਬੰਦੇ ਨੂੰ ਖੁਦ ਨਹੀਂ ਪਤਾ, ਅਨਕੌਂਸ਼ੀਅਸ ਲੈਵਲ ਤੇ ਉਹ ਕਿਸੇ ਨੂੰ ਐਨਵੀ ਫੀਲ ਕਰਾਉਣ ਵਾਸਤੇ, ਜੈਲਸ ਫੀਲ ਕਰਾਉਣ ਵਾਸਤੇ ਉਸ ਬਿਹੇਵੀਅਰ ਨੂੰ ਅਡਾਪਟ ਕਰ ਰਿਹਾ ਹੈ। ਲੌਂਗ ਰਨ ਵਿੱਚ ਐਵੇਂ ਚੱਲੇਗਾ, ਬੰਦਾ ਐਕਚੁਅਲ ਲੈਵਲ ਤੇ ਜਿਹੜੀ ਉਹਦੀ ਰੀਅਲ ਹਿਊਮਨ ਸੈਲਫ ਆ ਉਹਨੂੰ ਲੂਜ਼ ਕਰਨਾ ਸ਼ੁਰੂ ਕਰ ਦੇਗਾ। ਤੁਸੀਂ ਅੱਜ ਦਾ ਜਿਹੜਾ ਨੈਸ਼ਨਲਹੁੱਡ ਦੇਖੋ ਕੀ ਹੈ। ਇੱਕ ਨੇਸ਼ਨ ਮੀਨੇ ਖਿੱਤੇ 'ਚ ਰਹਿਣ ਵਾਲੇ ਲੋਕ, ਉਹ ਖਾਸ ਕਿਸਮ ਦੇ ਨਾਲ ਆਪਣੇ ਆਪ ਨੂੰ ਉੱਚੀਆਂ ਚੁੱਕਣ ਵਾਸਤੇ ਦੂਜਿਆਂ ਨੂੰ ਨੀਵਾਂ ਵਿਖਾ ਰਹੇ ਨੇ। ਮੈਂ ਅੱਜ ਸਵੇਰੇ CBC ਦਾ ਕੁਝ ਪ੍ਰੋਗਰਾਮ, ਡਾਕੂਮੈਂਟਰੀ ਕਾਈਂਡ ਆਫ ਪ੍ਰੋਗਰਾਮ ਦੇਖ ਰਿਹਾ ਸੀਗਾ, ਜਿਸ 'ਚੋਂ ਕਹਿ ਰਹੇ ਸੀਗੇ ਕਿ ਜਿਹੜਾ UNO ਹੈਗਾ ਆ ਇਹ ਮੀਨਿੰਗਲੈਸ ਕਿਵੇਂ ਹੋ ਗਿਆ। ਐਡੀ ਵਧੀਆ ਆਰਗੇਨਾਈਜੇਸ਼ਨ ਬਣਾਈ ਸੀਗੀ, ਉਹ 'ਚ ਉਹਨਾਂ ਨੇ ਕਿਹਾ ਸਭ ਤੋਂ ਵੱਡਾ ਇਸ਼ੂ ਆਇਆ ਹੈਗਾ ਜਿਹੜਾ ਫੇਕ ਨੈਸ਼ਨਲਿਜ਼ਮ ਲੋਕਾਂ ਨੇ ਬਿਲਡ ਕੀਤਾ ਨਾ ਵੱਖਰੇ ਵੱਖਰੇ ਖਿੱਤੇ ਦੇ ਵਿੱਚ, ਉਹਦੇ ਅੰਦਰ ਆ ਕੇ ਲੋਕਾਂ ਨੇ ਇੰਟਰਨੈਸ਼ਨਲ ਬਾਰਡਰਸ ਦੀ ਰਿਸਪੈਕਟ ਕਰਨੀ ਬੰਦ ਕੀਤੀ। ਇੰਟਰਨੈਸ਼ਨਲ ਜਿਹੜੀ ਆਈਡੈਂਟਿਟੀ ਸੀਗੀ ਇੱਕ ਦੂਜੇ ਦੀ, ਉਹਨੂੰ ਡਿਸਰਿਸਪੈਕਟ ਕੀਤਾ। ਇਸ ਕਿਸਮ ਦੀ ਬਾਤ ਕੀਤੀ ਕਿ ਇੱਕ ਹਾਲਤ ਐਸੀ ਬਣਾ ਦਿੱਤੀ ਕਿ ਅੱਜ ਜੇ ਕਿਤੇ ਗਲੋਬਲ ਇਸ਼ੂਜ਼ ਕੋਈ ਆ ਜਾਣ, ਤੁਸੀਂ COVID-19 'ਚ ਦੇਖੋ, ਹਾਲਾਂਕਿ ਕੁਝ ਮੁਲਕ ਕੋਲੈਬੋਰੇਸ਼ਨ ਦੀ ਗੱਲ ਕਰ ਰਹੇ ਨੇ, ਕੋਆਰਡੀਨੇਸ਼ਨ ਦੀ ਗੱਲ ਕਰ ਰਹੇ ਨੇ, ਕੋਆਪਰੇਟ ਕਰਕੇ ਚੱਲਣ ਦੀ ਗੱਲ ਕਰਦੇ ਨੇ, ਪਰ ਇਹੋ ਜਿਹਾ ਵੀ ਤੁਹਾਨੂੰ ਚਾਰ ਚੁਫੇਰੇ ਮਿਲਦਾ, ਹੋੜ ਲੱਗੀ ਏ ਮੈਂ ਪਹਿਲਾਂ ਲੈ ਲਾਂ, ਮੈਂ ਪਹਿਲਾਂ ਲਿਆ ਕੇ ਆਪਣੇ ਬੰਦਿਆਂ ਨੂੰ ਪ੍ਰੋਵਾਈਡ ਕਰਾਂ, ਦੂਜਿਆਂ ਨੂੰ ਨਹੀਂ। ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ। ਸਾਡੇ ਜਦੋਂ ਇੱਥੇ ਬਾਤ ਹੋਈ, ਸਾਡੇ ਸਾਊਥ ਆਫ ਦਾ ਬਾਰਡਰ ਕੁਛ ਵੀ ਨਹੀਂ, ਜਸਟ ਇੱਕ ਆਰ ਪਾਰ ਇੱਕੋ ਜਿਹਾ ਕਲਚਰ ਹੈ ਸਾਰਾ ਕੁਝ ਉਸ ਰੂਪ ਦੇ ਵਿੱਚ, ਤੇ ਸਿਰਫ ਜਿਹੜਾ ਹੈਗਾ ਉਹ ਜਿਹੜੇ 95 ਮਾਰਕਸ ਵਗੈਰਾ ਸੀਗੇ ਉਹਨਾਂ ਦੀ ਗੱਲ ਹੋ ਰਹੀ ਸੀਗੀ। ਕੁਝ ਜਿਹੜੀਆਂ ਸੀਗੀਆਂ ਜਿਹੜੀਆਂ ਪ੍ਰੋਟੈਕਸ਼ਨ ਕਿਟਸ ਦੀ ਗੱਲ ਹੋ ਰਹੀ ਸੀਗੀ, ਉਧਰ ਕਿੰਨਾ ਰੌਲਾ ਪੈ ਗਿਆ, ਇੱਧਰ ਰੌਲਾ ਪੈ ਗਿਆ। ਉਹ ਅਸੀਂ ਉਹ ਕਹਿੰਦੇ ਕਿ ਅਸੀਂ ਭੇਜਣੇ ਨਹੀਂ, ਇਹ ਕਹਿੰਦੇ ਵੀ ਹੱਦ ਹੋ ਗਈ, ਆਰਡਰ ਸਾਡਾ ਸੀਗਾ। ਐਵੇਂ ਕਿਵੇਂ ਹੋ ਗਿਆ? ਅਜੀਬ ਹਾਲਤ ਆ। ਮਨੁੱਖ ਦੀ ਤਰ੍ਹਾਂ ਸੋਚਣ ਦੀ ਬਜਾਏ ਇੱਕ ਅਜੀਬ ਤਰ੍ਹਾਂ ਦੀ ਆਈਡੈਂਟਿਟੀ 'ਚ ਪੈ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਬੰਦੇ ਨੂੰ ਕੋਈ ਹਾਰ ਲੈਵਲ ਤੇ ਨਹੀਂ ਲੈ ਕੇ ਜਾਂਦੀਆਂ। ਫਿਰ ਬੰਦਾ ਕਹੇ ਮੁਕਤੀ ਕਿੱਥੋਂ ਹੋਏਗੀ? ਦਾਨੇ ਲੋਕਾਂ ਦਾ ਬਚਨ ਹੈ, ਅੰਗਰੇਜ਼ੀ ਲਿਟਰੇਚਰ 'ਚ ਕਿਹਾ ਜਾਂਦਾ, ਕਹਿੰਦੇ ਨੇ ਸੈਲਵੇਸ਼ਨ ਕਮਸ ਆਫਟਰ ਲਿਬਰੇਸ਼ਨ। ਲਿਬਰੇਟ ਹੋਵੋ, ਤੇ ਲਿਬਰੇਟ ਕਿੱਥੋਂ ਹੋਣਾ? ਇਹ ਬਾਹਰ ਤੋਂ ਨਹੀਂ, ਆਪਣੇ ਆਪ ਤੋਂ, ਆਪਣੀ ਫੇਕ ਈਗੋ ਤੋਂ, ਆਪਣੀ ਫੇਕ ਆਈਡੈਂਟਿਟੀ ਜਿਹੜੀ ਬਣਾ ਲਈ ਹੈ ਵੀ ਮੈਂ ਪਤਾ ਨਹੀਂ ਕੀ ਬਲਾ ਤੋ ਪਿਆ, ਤੂੰ ਰੱਬ ਦਾ ਰੂਪ ਹੈ, ਤੂੰ ਰੱਬ ਦੀ ਜੋਤ ਹੈ, ਸਭ ਵਰਗਾ ਮਨੁੱਖ ਹੈ। ਇਸ ਕਿਸਮ ਦੀ ਚੀਜ਼ ਹੈ। ਜਦੋਂ ਬੰਦੇ 'ਚ ਇਹੋ ਜਿਹੀ ਪ੍ਰੀਤ, ਇਹੋ ਜਿਹੀ ਸਾਂਝ, ਇਹੋ ਜਿਹਾ ਜੀਵਨ ਜੀਣ ਦੀ ਇੱਕ ਇੱਛਾ ਪੈਦਾ ਹੁੰਦੀ ਹੈ, ਉਹਦੀ ਮੁਕਤੀ ਆਪਣੇ ਆਪ ਹੋ ਜਾਂਦੀ ਹੈ। That kind of person don't have to do any exercise or any special ritual to get his or her salvation. Salvation will happen. Maharaj is saying here, जिस अंतर प्रीत लगे सो मुक्ता, जिस अंदर ये प्रीत लग गई वो मुक्ता, ਉਹਦੀ डेफिनेटली ਜਿਹੜੀ ਹੈ ਮੁਕਤੀ ਹੋਏਗੀ। ਇੰਦਰੀ ਵਸ ਸਚ ਸੰਜਮ ਜੁਗਤਾ, ਇੰਦਰੀ ਵਸ। ਅਜੇ ਤੇ ਕੋਵਿਡ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹ ਸੋਚ ਕੇ ਦੇਖੋ ਕਿ ਜਦੋਂ ਕੋਵਿਡ ਓਵਰ ਵੀ ਹੋ ਜਾਂਦਾ ਹੈ, ਜਿੰਨਾ ਜ਼ਿਆਦਾ ਅਸੀਂ ਟੈਕਨੋਲੋਜੀ ਦੇ ਉੱਤੇ ਰਿਲਾਈ ਕਰਨ ਲੱਗ ਗਏ ਹਾਂ, ਜਿੰਨਾ ਜ਼ਿਆਦਾ ਅਸੀਂ ਸਕਰੀਨ ਟਾਈਮ ਯੂਜ਼ ਕਰਨ ਲੱਗ ਗਏ ਹਾਂ, ਸਕਰੀਨ ਦੇ ਉੱਤੇ ਡਿਪੈਂਡੈਂਸੀ ਕ੍ਰੀਏਟ ਕਰ ਲਈਏ, ਬਣੇਗਾ ਕੀ? ਬੰਦੇ ਦੀ ਹਾਲਤ ਆਲਰੇਡੀ ਇੰਨੀ ਜ਼ਿਆਦਾ ਹੈ। ਮੈਂ ਇਸੇ ਹਾਜ਼ਰੀ 'ਚ ਬਿਆਨ ਕਰ ਰਿਹਾ ਸੀਗਾ, ਇੱਕ ਬੜੀ ਕਮਾਲ ਦੀ ਕਿਤਾਬ ਲਿਖੀ ਹੈ ਇੱਕ ਯੂਰਪੀਅਨ ਸਕਾਲਰ ਨੇ, ਬਹੁਤ ਉਮਦਾ ਸਾਈਕੋਲੋਜਿਸਟ ਹੈਗਾ, ਵਰਲਡ ਰਿਨਾਊਂਡ। ਉਹਨੇ ਕਿਤਾਬ ਲਿਖੀ ਸੀ ਕੰਸਨਟ੍ਰੇਸ਼ਨ, ਬੁੱਕ ਦਾ ਨਾਂ ਹੀ ਹੈਗਾ ਕੰਸਨਟ੍ਰੇਸ਼ਨ। ਅੱਜ ਲੋਕੀ ਸਭ ਤੋਂ ਵੱਡਾ ਇਸ਼ੂ ਆ ਰਿਹਾ ਵੀ ਉਹ ਕੰਸਨਟ੍ਰੇਸ਼ਨ ਕਰਨੀ ਬੜੀ ਔਖੀ ਹੈ, ਬੜੀ ਔਖੀ ਹੈ। ਇਹਦੇ 'ਚ ਲੋਕੀ ਕਈ ਵਾਰੀ ਕਹਿੰਦੇ ਨਹੀਂ ਸਾਡਾ ਨਿਊਰੋ ਇਸ਼ੂਜ਼ ਆ ਗਏ ਨੇ, ਸਾਡਾ ਬਾਇਓਲੋਜੀਕਲ ਇਸ਼ੂਜ਼ ਆ ਗਏ, ਤਾਂ ਕਰਕੇ ਨਹੀਂ ਹੋ ਰਿਹਾ। ਉਹਨੇ ਕਿਹਾ ਨਾ ਐਕਚੁਅਲ ਲੈਵਲ 'ਤੇ ਸਾਡੀਆਂ ਸਟੱਡੀਜ਼, ਸਾਡਾ ਡਾਟਾ ਇਹ ਦੱਸਦਾ ਹੈਗਾ ਬਾਇਓਲੋਜੀਕਲੀ, ਨਿਊਰੋ ਸਾਇੰਸਿਸ ਦੇ ਵਿੱਚ, ਨਿਊਰੋਲੋਜੀ ਦੇ ਵਿੱਚ, ਸਾਡੀ ਵਾਇਰਿੰਗ ਦੇ ਵਿੱਚ ਐਜ਼ ਏ ਹਿਊਮਨ ਬੀਇੰਗ ਕੋਈ ਪ੍ਰੋਬਲਮ ਨਹੀਂ ਹੈਗੀ। ਸਾਡਾ ਮਾਈਂਡ ਤੇ ਸਾਡਾ ਬ੍ਰੇਨ, ਦੇ ਆਰ ਵੈਰੀ ਸਫਿਸਟੀਕੇਟਡ ਮਸ਼ੀਨ, ਵੈਰੀ ਨਾਈਸ ਮਸ਼ੀਨਸ ਵੀ ਹੈਵ। ਇਸ਼ੂ ਕਿੱਥੇ ਹੈ? ਸਾਡੇ ਐਨਵਾਇਰਮੈਂਟ ਵਿੱਚ ਹੈ। ਐਨਵਾਇਰਮੈਂਟ ਦੇ ਵਿੱਚ ਜਿਹੜੀ ਗੱਲ ਹੋਈ
ਉੱਥੋਂ ਗੱਲ ਸ਼ੁਰੂ ਕੀਤੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਲਗਾਤਾਰ ਡਿਸਟਰਬ ਤੇ ਡਿਸਟਰੈਕਟ ਕਰ ਰਹੀਆਂ ਨੇ, ਸਕਰੀਨ, ਫੋਨ ਸਾਡਾ। ਤੁਸੀਂ ਕੋਈ ਕੰਮ ਕਰਨ ਲੱਗੇ ਹੋ, ਸਪੋਜ਼ ਕਰੋ ਤੁਸੀਂ ਕੋਈ ਈਮੇਲ ਹੀ ਟਾਈਪ ਕਰਨ ਲੱਗੇ ਹੋ, ਜਾਂ ਤੁਸੀਂ ਕੋਈ ਅਸਾਈਨਮੈਂਟ ਕਰਨ ਲੱਗੇ ਕਿਸ ਤਰੀਕੇ ਦੀ, ਅਜੇ 10 ਲਾਈਨਾਂ ਨਹੀਂ ਲਿਖੀਆਂ, ਮੈਸੇਜ ਪੌਪਅਪ ਹੋਣਾ ਸ਼ੁਰੂ ਹੋ ਗਿਆ। ਬਸ ਇੱਕ ਡਿਸਟਰੈਕਸ਼ਨ ਕ੍ਰੀਏਟ ਹੋਈ, ਉਹ ਜਿਹੜੀ ਟ੍ਰੇਲ ਬਣ ਰਹੀ ਸੀ ਥੋਟ ਦੀ ਉਹ ਟੁੱਟ ਗਈ। ਨੈਕਸਟ 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 ਕਰਦਿਆਂ ਬੰਦਾ ਕਿੱਥੇ ਤੁਰਿਆ ਸੀ, ਕਿੱਥੇ ਪਹੁੰਚ ਗਿਆ। ਹੁਣ ਇੰਦਰੀ ਵਸ ਦਾ ਮਤਲਬ ਕੀ? ਅੱਖਾਂ ਤੇ ਕਾਬੂ ਕਰਨਾ। ਅੱਜ ਕੱਲ੍ਹ ਇਹ 'ਚ ਲਿਟਰਲੀ ਤੌਰ ਤੇ ਗੱਲ ਕਹੀ ਜਾ ਰਹੀ ਹੈ, ਜਿਵੇਂ ਵੀਕਐਂਡ ਹੈ, ਸੈਚਰਡੇ, ਇੱਕ ਦਿਨ ਪੂਰਾ ਦਿਨ ਹਾਊ ਟੂ ਬ੍ਰੇਕ ਅਪ ਵਿਦ ਯੂਰ ਡਿਵਾਈਸਿਸ, ਉਹਨਾਂ ਨਾਲ ਜੁਦਾਈਗੀ ਕਿਵੇਂ ਪਾਓਗੇ। ਅੱਜ ਸਵੇਰੇ ਹੀ ਆਫ ਕਰਕੇ ਰੱਖਤਾ, ਪੂਰਾ ਦਿਨ ਸੋਚਿਆ ਅੱਜ ਦੇਖਦੇ ਕਿਵੇਂ ਸਰਵਾਈਵ ਕਰਦੇ ਹਾਂ ਤੋਂ ਬਿਨਾਂ। ਆਹ ਜਿਹੜੀ ਚੀਜ਼ ਹੈ ਇੰਦਰੀ ਵਸ, ਅੱਖਾਂ ਵਸ ਵਿੱਚ ਨੇ, ਕੰਨ ਵਸ ਵਿੱਚ ਨੇ, ਮਨ ਵਸ ਵਿੱਚ ਹੈ। ਇਨ ਬਿਨ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਲੋਕੀ ਕਈ ਵਾਰੀ ਫਾਸਟਿੰਗ ਦੀਆਂ ਗੱਲਾਂ ਕਰਦੇ ਨੇ ਨਾ, ਗੁਰਬਾਣੀ ਨੇ ਕਿਹਾ ਫਾਸਟਿੰਗ ਰਿਲੀਜੀਅਸ ਪਰਪਸ ਵਾਸਤੇ ਕਰਨੀ, ਇਹ ਕੋਈ ਮੀਨਿੰਗਫੁਲ ਚੀਜ਼ ਨਹੀਂ ਹੈ। ਹਾਂ, ਹੈਲਥ ਵਾਸਤੇ ਕਰਨ ਦੈਟਸ ਅ ਗੁੱਡ ਥਿੰਗ, ਕਰੋ, ਪਰ ਇੱਕ ਦਿਨ ਫਾਸਟ ਕਰਨ ਦੀ ਬਜਾਏ ਜਿਸ ਤਰ੍ਹਾਂ ਕਰੋ, ਪੋਰਸ਼ਨ ਘਟਾਓ, ਜੀਵ ਵਾਸਤੇ ਚ ਕਰੋ, ਮਿੱਠਾ ਘਟਾਓ, ਗਰੀਸੀ ਫੂਡ ਘਟਾਓ, ਇਹੋ ਜਿਹੀਆਂ ਚੀਜ਼ਾਂ, ਇੰਦਰੀ ਵਸ, ਆ ਇਹਨਾਂ ਚੀਜ਼ਾਂ ਤੇ ਕਾਬੂ ਕਰੋ। ਥੋੜਾ ਹੋਰ ਦੇਖੋ ਤੁਸੀਂ ਅਗਲੇ ਪੜਾਅ ਦੇ ਵਿੱਚ, ਕੰਨਾਂ ਤੇ ਕਾਬੂ ਕਰੋ, ਜੋ ਇੱਧਰ ਉੱਧਰ ਦਾ ਊਲ ਜਲੂਲ ਸਾਰਾ ਸੁਣ ਰਹੇ ਹਾਂ ਥੋੜਾ ਘਟਾਓ, ਬਾਣੀ ਵਰਗੀ ਰਚਨਾ ਸੁਣੋ। ਮੈਂ ਤਾਂ ਕਹਿੰਦਾ ਮਿਊਜ਼ਿਕ ਹੀ ਚੇਂਜ ਕਰ ਲਓ ਆਪਣਾ। ਇੰਸਟਰੂਮੈਂਟਲ ਮਿਊਜ਼ਿਕ ਜਿਹੜਾ ਹੈਗਾ, ਜਿਹਦੇ 'ਚ ਬੜੀ ਕਾਮਨੈਸ ਆ, ਇਹੋ ਜਿਹੀਆਂ ਚੀਜ਼ਾਂ, ਟਰੈਡੀਸ਼ਨਲ ਮਿਊਜ਼ਿਕ ਆ, ਗੁਰਬਾਣੀ ਕੀਰਤਨ ਆ, ਇਹੋ ਜਿਹੀਆਂ ਚੀਜ਼ਾਂ ਸੁਣੋ। ਉਹ ਠੱਪ 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 ਥੋੜੀ ਉਹ ਇੰਦਰੀ ਵਸ ਕਰਨ ਦੀ ਗੱਲ ਆ। ਅਦਰਵਾਈਜ਼ ਬੰਦਾ ਜਿਹੜਾ ਇਹਨਾਂ ਸਾਰਿਆਂ ਦਾ ਸਲੇਵ ਬਣ ਗਿਆ। ਹੁਣ ਇਹੋ ਜਿਹੇ ਸਲੇਵ ਨੂੰ ਉਹ ਕਹੇ, ਆਈ ਰੀਅਲੀ ਵਾਂਟ ਟੂ ਐਕਚੁਅਲੀ ਗੈਟ ਮਾਈ ਸੈਲਵੇਸ਼ਨ, ਭਾਈ ਕਿਵੇਂ ਲਏਗਾ ਤੂੰ? ਪਹਿਲਾਂ ਲਿਬਰੇਟ ਤੇ ਕਰ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ। ਗੁਰੂ ਬਾਬਾ ਜੀ ਜਿਹੜਾ ਬਚਨ ਇੱਥੇ ਲਿਖਿਆ ਹੈਗਾ, ਮਹਾਰਾਜ ਕਹਿੰਦੇ ਕਿ ਇੰਦਰੀ ਵਸ ਸਚ ਸੰਜਮ ਜੁਗਤਾ, ਇਹ ਸੱਚ ਸੰਜਮ ਦੀ ਜੁਗਤ ਪ੍ਰਾਪਤ ਹੋਏ। ਫਿਰ ਕਿਆ? ਗੁਰ ਕੈ ਸ਼ਬਦ ਸਦਾ ਹਰਿ ਧਿਆਏ, ਇਹ ਭਗਤ ਹਰਿ ਭਾਵਣਿਆ। ਗੁਰੂ ਕੇ ਸ਼ਬਦ ਨੂੰ ਧਿਆਉਂਦਿਆਂ ਇਹੋ ਜਿਹੀ ਭਗਤੀ ਚਲਾ ਜਾਏ ਕਿ ਹਰੀ ਨੂੰ ਪਸੰਦ ਆ ਜਾਏ, ਅਕਾਲ ਪੁਰਖ ਵਾਹਿਗੁਰੂ ਨੂੰ ਭਗਤੀ ਪਸੰਦ ਆ ਜਾਏ ਤੇਰੀ। ਅੰਤਲਾ ਪਦਾ ਇਹਦਾ, ਗੁਰਮੁਖ ਭਗਤ ਜੁਗ ਚਾਰੇ ਹੋਈ। ਕਈ ਵਾਰ ਲੋਕੀ ਕਹਿਣਗੇ, ਭਾਈ ਸਾਹਿਬ, ਡੋਂਟ ਯੂ ਥਿੰਕ ਦਿਸ ਬਾਣੀ have been produced in 15th century or 16th century, and now we are living in 21st century, is still relevant, is still beneficial if we read it by 100%. ਤੁਸੀਂ ਇਸ ਤੋਂ ਬਾਅਦ ਸਪੇਸ ਏਜ ਵਿੱਚ ਵੀ ਚਲੇ ਜਾਓ, ਅਗਲਾ ਜਿਹੜਾ ਦੌਰ ਆ ਰਿਹਾ ਹੈਗਾ, ਤੁਸੀਂ ਮਾਰਸ ਤੇ ਵੀ ਚਲੇ ਜਾਓ, ਪਰ ਐਜ਼ ਏ ਹਿਊਮਨ ਮਾਈਂਡ ਤੇ ਉਹੀ ਹੈ। ਐਜ਼ ਏ ਹਿਊਮਨ ਵੀਕਨੈਸਿਸ ਤੇ ਉਨੀਆਂ ਨਾਲ ਲਈ ਫਿਰਦੇ ਆ। ਮਤਲਬ ਤੁਸੀਂ ਕਿਸੇ ਲੈਵਲ ਤੇ ਦੇਖ ਲਵੋ ਬੰਦੇ ਦੇ ਅੰਦਰ। ਹੁਣ ਮਤਲਬ ਇਹ ਕਿਹਾ ਜਾਏ ਕਿ ਜੇ ਬੰਦੇ ਨੇ ਚੀਟਿੰਗ ਹੀ ਕਰਨੀ ਹੈ, ਜੇ ਬੰਦੇ ਨੇ ਧੋਖਾ ਹੀ ਕਰਨਾ ਆ, ਜੇ ਬੰਦੇ ਨੇ ਚੋਰੀ ਕਰਨੀ ਹੈ, ਅੱਜ ਇੰਟਲੈਕਚੁਅਲ ਪ੍ਰੋਪਰਟੀਜ਼ ਦੀ ਚੋਰੀ ਦੇਖੋ ਕਿਸ ਲੈਵਲ ਤੇ ਹੈ। ਅੱਜ ਹੀ ਬਾਈ ਚਾਂਸ ਮੈਂ ਪੜ੍ਹ ਰਿਹਾ ਸੀਗਾ ਕਿ ਚੋਰੀ ਕਿਹੋ ਜਿਹੀ ਹੋ ਰਹੀ ਹੈ, ਕਿਸੇ ਦੇ ਆਪਟੀਮਮ ਕਾਰਡ ਦੇ ਕਿਸੇ ਨੇ ਪੁਆਇੰਟ ਚੋਰੀ ਕਰ ਲਏ ਐਕਸੈਸ ਕਰਕੇ। ਥਿੰਕ ਅਬਾਊਟ ਇਟ। ਮਤਲਬ ਉਹਨੂੰ ਇਹ ਪਤਾ ਲੱਗਾ ਵੀ ਉਹ ਮੇਰੇ ਤੇ ਕਾਰਡ ਦੇ ਪੁਆਇੰਟ ਇੰਨੇ ਸੀਗੇ, ਕੀ ਬਣਿਆ ਅੰਦਰ ਦੀ ਅੰਦਰ। ਇਹ ਕੀ ਹਾਲਤ ਹੈ? ਟੈਕਨੋਲੋਜੀ ਜਿੰਨੀ ਮਰਜ਼ੀ ਤੁਸੀਂ ਸਾਊਂਡ ਕਰ ਲਓ, ਬੰਦੇ ਦੀ ਬਿਰਤੀ ਥੋੜਾ ਬਦਲੇਗੀ। ਫਿਰ ਇਹੋ ਜਿਹੀ ਬਿਰਤੀ ਨੂੰ ਸੈਲਫ ਕੰਟਰੋਲ ਕਰਨ ਵਾਸਤੇ ਬਾਣੀ ਵਰਗੀ ਰਚਨਾ ਆ। ਬੰਦੇ ਆਪਣੇ ਆਪੇ ਦਾ ਸੁਧਾਰ ਕਰ। ਮਹਾਰਾਜ ਨੇ ਬਿਆਨ ਕੀਤਾ ਇੱਥੇ ਵਿੱਚ, ਸਾਹਿਬ ਕਹਿੰਦੇ ਭਾਵੇਂ ਅਸੀਂ ਜਿਹੜੇ ਮਰਜ਼ੀ ਯੁੱਗ ਵਿੱਚ ਚਲੇ ਜਾਈਏ, ਗੁਰਮੁਖ ਭਗਤ ਜੁਗ ਚਾਰੇ ਹੋਈ। ਇਹ ਭਗਤੀ ਦਾ ਰਾਹ ਚਾਰੇ ਯੁਗਾਂ ਦੇ ਵਿੱਚ ਹਰ ਸਮੇਂ ਦੇ ਵਿੱਚ ਸੱਚ ਹੈ। ਹੋਰਤ ਭਗਤ ਨਾ ਪਾਏ ਕੋਈ। ਬਾਕੀ ਇਹ ਹੈ ਕੋਈ ਹੋਰ ਤਰੀਕਾ ਇੱਧਰ ਉੱਧਰ ਜਾਣ ਦਾ ਨਹੀਂ ਹੈਗਾ। ਡੀਪ ਲੈਵਲ ਤੇ ਦੇਖੋ, ਮੈਂ ਖੁਦ ਬਹੁਤ ਸਾਰੇ ਡਿਫਰੈਂਟ ਮੈਡੀਟੇਸ਼ਨ ਦੇ ਜਿਹੜੇ ਕੰਪੋਨੈਂਟਸ ਹੈਗੇ ਨੇ, ਐਵੀਨਿਊਜ਼ ਹੈਗੇ ਨੇ, ਕਾਫੀ ਮੈਂ ਇੱਧਰ ਉੱਧਰ ਤੁਹਾਡੀ ਅਸੀਸ ਦੇ ਨਾਲ ਦੇਖੇ ਨੇ, ਵਿਜ਼ਿਟ ਕੀਤੇ ਨੇ। ਉਹ ਭਾਵੇਂ ਜਿਹੜਾ ਹੈਗਾ ਵਿਪਾਸਨਾ ਦਾ ਹੋਏ, ਬੁੱਧਿਸਟ ਵਾਲਾ ਹੋਏ, ਜਾਂ ਉਹ ਜਿਹੜਾ ਹੈਗਾ ਅੱਜ ਕੱਲ੍ਹ ਜਿਹੜਾ ਨਵਾਂ ਮਿਊਜ਼ੀਕਲ ਮੈਡੀਟੇਸ਼ਨ ਆ ਗਿਆ, ਬਹੁਤ ਸਾਰੇ ਵੱਖਰੇ ਵੱਖਰੇ ਸਕੂਲ ਆ ਰਹੇ ਨੇ ਸਾਰੇ। ਐਂਡ ਆਫ ਦਾ ਡੇ ਜਿੱਥੇ ਆਉਣਾ ਹੈ ਉੱਥੇ ਆਉਣਾ ਆ ਹਾਊ ਟੂ ਟਰਾਂਸਫਰ ਯੂਰ ਥਾਟਸ ਇਨ ਔਨ ਹਾਇਰ ਲੈਵਲ। ਇੱਥੇ ਹੁੰਦੀ ਥਾਟ ਰਿਪਲੇਸਮੈਂਟ ਦੀ ਗੱਲ। ਸ਼ਬਦ ਆਏਗਾ,
क्योंकि रिप्लेस तो किसी चीज़ नाल करोगे ना। आ स्टैंड मैनू ठीक नहीं लगता, जे मैं इनू रिप्लेस करना आ ना तेनों तोड़ सकता ना इनू ला सकता, कला ये नाल ते नहीं ना। रिप्लेसमेंट का मतलब है ये थां ते नवीं चीज़ लियावांगा। सो जी नवीं चीज़ आ वो शब्द आ, थॉट्स ही बंदे के अंदर चलते हैं। यू हैव टू रिप्लेस थॉट्स विद वन थॉट विद द हेल्प ऑफ अनदर थॉट। शब्द सब कहते यही भगती है, होरत भगत ना पाए कोई। अंतले नानक नाम गुर भगती पाई है, गुर चरनी चित लावणिया। हे नानक ये भगती नाम नाल मिलती है, तो आओ गुरु के चरणों में चित जोड़िए। इत्थे शब्द नूं फिर दोबारा गुरु बाबा जी ने इंपोर्टेंस दिंदियां होइयां गल मुकाई है। साहब रहमत करन इन्हां आलमी वाकां चों सानूं चंगेरी प्रेरणा मिले, असीं गुर शब्द दे होर नेड़े आईए, इहनूं पढ़ीए समझीए, ते इहदे विच जिहड़ा मैसेज आ, जिहड़ी इंस्पिरेशन आ, उहनूं असीं फॉलो कर सकीए। इन्नियां क बिनतियां नाल खिमा भुलां गलतियां ना चतारिओ। सब प्रेम कह देना जी। वाहिगुरू जी का खालसा, वाहिगुरू जी की फतेह।